गुरु धन धन श्री गुरु तेग बहादुर साहिब सच्चे पातशाह जी दे पावन पवित्र पातशाही अस्थान गुरुद्वारा सीसगंज साहिब विखे आप सब संगत गुरु बख्शिश दे पात्र बन रहे हो। इस पावन पवित्र पातशाही अस्थान दी नित मर्यादा अनुसार अमृत वेले तो गुरु के दीवान सजे, आसा की वार दा कीर्तन होया, शब्द कीर्तन होया। शब्द कीर्तन उपरंत जो हर रोज गुरु ग्रंथ साहिब महाराज सच्चे पातशाह जी की लड़ीवार विचार शब्द दी इस अस्थान तो सरवण करवाई जाती है। सतगुरु ने कृपा करके अज भी ये सुभागियां घड़ियां ਇਹ ਸਮਾਂ ਸਾਡੀ ਝੋਲੀ ਵਿੱਚ ਪਾਇਆ ਹੈ ਕਿ ਸ਼ਬਦ ਦੀ ਵਿਚਾਰ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਵਾਰ ਸਤਿਗੁਰੂ ਨੂੰ ਨਮਸਕਾਰ ਕਰੀਏ। ਦੋਵੇਂ ਹੱਥ ਜੋੜ ਕਰਕੇ ਇੱਕੇ ਵਾਰ ਕਹਿਣ ਤੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਮੈਂ ਅੱਜ ਦੇ ਪਾਵਨ ਦਿਹਾੜੇ ਦੇ ਉੱਪਰ ਬੇਨਤੀ ਕਰਾਂ। ਅੱਜ ਦੇ ਦਿਨ ਖਾਲਸਾ ਪੰਥ ਦੇ ਨਿਧੜਕ ਜਰਨੈਲ ਜਿਨ੍ਹਾਂ ਨੇ ਖਾਲਸਾ ਪੰਥ ਦੀ ਮਹਾਨ ਅਗਵਾਈ ਕੀਤੀ, ਜਿਸ ਸਮੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਜਿਸ ਸਮੇਂ ਹਕੂਮਤ ਵੱਲੋਂ ਇਹ ਐਲਾਨ ਕੀਤਾ ਹੋਇਆ ਸੀ ਜੇ ਕੋਈ ਸਿੱਖ ਦਾ ਸਿਰ ਵੱਢ ਕੇ ਪੇਸ਼ ਕਰੇਗਾ 50 ਰੁਪਏ ਇਨਾਮ, ਜੇ ਕੋਈ ਸਿੱਖ ਦੀ ਖਬਰ ਦੇਵੇਗਾ 25 ਰੁਪਏ ਇਨਾਮ, ਜੇ ਕੋਈ ਆਪਣੇ ਘਰ ਦੇ ਵਿੱਚ ਸਿੱਖ ਨੂੰ ਬੁਲਾ ਕਰਕੇ ਪਕੜਾ ਦੇਵੇਗਾ 15 ਰੁਪਏ ਇਨਾਮ, ਤੇ ਜੇ ਕੋਈ ਸਿੱਖਾਂ ਦਾ ਘਰ-ਬਾਰ ਲੁੱਟੇ, ਸਿੱਖਾਂ ਦੀ ਇੱਜ਼ਤ ਨੂੰ ਲੁੱਟੇ, ਉਹਦੇ ਉੱਪਰ ਸਰਕਾਰ ਵੱਲੋਂ ਕੋਈ ਮੁਕੱਦਮਾ ਜਾਰੀ ਨਹੀਂ ਹੋਵੇਗਾ। ਉਹਨਾਂ ਦਿਨਾਂ ਦੇ ਵਿੱਚ ਯੋਗ ਅਗਵਾਈ ਕੀਤੀ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਨੇ। ਨਵਾਬ ਕਪੂਰ ਸਿੰਘ ਜੀ ਦਾ ਨਾਮ ਆਪ ਸਭ ਨੇ ਬਹੁਤ ਵਾਰ ਸੁਣਿਆ ਹੋਵੇਗਾ। ਅੱਜ ਦੇ ਦਿਨ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਪਣਾ ਸਰੀਰ ਛੱਡਿਆ ਸੀ। ਸਵਾਸਾਂ ਦੀ ਪੂੰਜੀ ਪੂਰੀ ਹੋਈ ਸੀ ਤੇ ਪੰਥ ਦੀ ਅਗਵਾਈ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੌਂਪੀ ਸੀ। ਮੈਂ ਗੁਸਤਾਖੀ ਦੀ ਮਾਫੀ ਮੰਗਦਾ। ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਹੈ, ਜਿਸ ਅੱਗੇ ਪੰਥ ਝੁਕਦਾ ਹੈ, ਉਸ ਦੇ ਮੁਤਾਬਕ ਅੱਜ ਦੇ ਦਿਨ ਨਵਾਬ ਕਪੂਰ ਸਿੰਘ ਜੀ ਨੇ ਸਰੀਰ ਛੱਡਿਆ, ਉਹੀ ਦਿਹਾੜਾ ਅੱਜ ਪੰਥ ਅੰਮ੍ਰਿਤਸਰ ਦੀ ਧਰਤੀ 'ਤੇ ਵੀ ਮਨਾ ਰਿਹਾ। ਦੇਖੋ, ਨਵਾਬ ਕਪੂਰ ਸਿੰਘ ਜੀ ਦਾ ਜੀਵਨ ਸੇਵਾ ਤੇ ਸਿਮਰਨ ਦੇ ਪਹਿਲੂਆਂ ਦੇ ਨਾਲ ਭਰਪੂਰ ਹੈ। ਤੁਸੀਂ ਸਾਰਿਆਂ ਨੇ ਸ਼ਬਦ ਸੁਣਿਆ ਹੋਵੇਗਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ। ਜੇ ਕੋਈ ਸੇਵਾ ਕਰਦਾ ਹੈ ਬਿਨਾ ਮੰਗ ਰੱਖੇ, ਜਿਹੜਾ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਹੈ, ਗੁਰੂ ਨਾਨਕ ਦੇ ਘਰ ਵਿੱਚ ਕੀਤੀ ਸੇਵਾ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦੀ ਹੈ। ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ। ਖਾਲਸਾ ਜੀ, ਮੈਂ ਨਵਾਬ ਕਪੂਰ ਸਿੰਘ ਜੀ ਦੇ ਜੀਵਨ 'ਤੇ ਝਾਤ ਪਾਵਾਂਗਾ, ਕਿਉਂਕਿ ਸਾਨੂੰ ਸਾਡੀਆਂ ਜੜ੍ਹਾਂ ਬਾਰੇ ਪਤਾ ਹੋਵੇ ਕਿ ਸਿਰਾਂ ਦੇ ਮੁੱਲ ਪੈ ਰਹੇ ਹੋਣ ਸਾਡੇ ਬਜ਼ੁਰਗਾਂ ਨੇ ਤਾਂ ਵੀ ਸਿੱਖੀ ਸਿਦਕ ਨਿਭਾਇਆ, ਉਹਨਾਂ ਦੀ ਕੁਰਬਾਨੀ ਕੈਸੀ ਮਹਾਨ ਹੋਵੇਗੀ। ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦਾ ਸ਼ੇਖੂਪੁਰਾ ਜ਼ਿਲ੍ਹੇ ਦੇ ਅੰਦਰ ਕਾਲੇ ਕੇ ਪਿੰਡ ਦੇ ਵਿੱਚ ਜਨਮ ਹੋਇਆ ਭਾਈ ਦਲੀਪ ਸਿੰਘ ਦੇ ਘਰ। ਭਾਈ ਦਲੀਪ ਸਿੰਘ ਗੁਰੂ ਨਾਨਕ ਦੇ ਘਰ 'ਤੇ ਬਹੁਤ ਸ਼ਰਧਾ ਰੱਖਦੇ ਆ, ਸਦਾ ਸਿੱਖੀ ਕਮਾਉਂਦੇ ਆ। ਘਰ ਦੇ ਵਿੱਚ ਗੁਰੂ ਬਾਣੀ ਦਾ ਮਾਹੌਲ ਹੈ। ਘਰ ਦੇ ਵਿੱਚ ਗੁਰਮਤਿ ਦੀ ਹੱਦ ਬੱਚਿਆਂ ਨੂੰ ਸਿਖਾਈ ਜਾਂਦੀ ਹੈ।
ਕਹਿੰਦੇ ਜਦੋਂ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦਾ ਜਨਮ ਹੋਇਆ, ਇਹਨਾਂ ਨੇ ਗੁਰੂ ਕੇ ਚਰਨਾਂ ਦੇ ਵਿੱਚ ਆ ਕਰਕੇ ਸ਼ੁਕਰਾਨਾ ਕੀਤਾ, ਹੁਕਮਨਾਮਾ ਲਿਆ। ਹੁਕਮਨਾਮੇ ਦਾ ਪਹਿਲਾ ਅੱਖਰ ਕੱਕਾ ਆਇਆ ਤੇ ਨਾਮ ਰੱਖਿਆ ਗਿਆ ਕਪੂਰ ਸਿੰਘ। ਦੇਖੋ ਮਾਹੌਲ ਕਿਸ ਤਰ੍ਹਾਂ ਬਣਦਾ ਸਿੱਖੀ ਸਿਦਕ ਨਿਭਾਉਣ ਦਾ। ਕਹਿੰਦੇ ਜਿਹੜੇ ਭਾਈ ਦਲੀਪ ਸਿੰਘ ਸਨ ਨਾ, ਇਹ ਅਕਸਰ ਸੇਵਾ ਬਹੁਤ ਕਰਿਆ ਕਰਦੇ ਸਨ, ਸੰਗਤਾਂ ਦੇ ਜੋੜੇ ਝਾੜਨ ਦੀ, ਘੋੜਿਆਂ ਦੀ ਲਿੱਦ ਚੱਕਣ ਦੀ, ਗੁਰੂ ਘਰ ਵਿੱਚ ਜਾ ਕੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ ਦੀ। ਕਹਿੰਦੇ ਜਦੋਂ ਭਾਈ ਦਲੀਪ ਸਿੰਘ ਨੇ ਸੇਵਾ ਕਰਕੇ ਵਾਪਸ ਆਉਣਾ, ਸਾਰੇ ਦੇ ਸਾਰੇ ਕੱਪੜੇ ਜਾਂ ਤਾਂ ਗਾਰ ਦੇ ਨਾਲ ਤੇ ਜਾਂ ਫਿਰ ਸੰਗਤ ਦੀ ਜਿਹੜੀ ਬਚੀ ਹੋਈ ਜੂਠ ਹੁੰਦੀ ਸੀ ਉਸ ਦੇ ਨਾਲ ਹੀ ਭਰੇ ਹੁੰਦੇ ਸਨ। ਕਹਿੰਦੇ ਸੇਵਾ ਕਰਕੇ ਵਾਪਸ ਆਉਂਦੇ ਤੇ ਇੱਕ ਦਿਨ ਕਪੂਰ ਸਿੰਘ ਜੀ ਨੇ 5 ਸਾਲ ਦੀ ਉਮਰ ਸੀ। 5 ਸਾਲ ਦੀ ਉਮਰ ਦੇ ਵਿੱਚ ਕਪੂਰ ਸਿੰਘ ਜੀ ਆਪਣੀ ਮਾਤਾ ਨੂੰ ਪੁੱਛਦੇ ਨੇ, ਮਾਂ ਪਿਤਾ ਜੀ ਜਾਂਦੇ ਨੇ, ਕੱਪੜੇ ਸਾਫ਼ ਹੁੰਦੇ ਨੇ, ਆਉਂਦੇ ਨੇ ਕੱਪੜਿਆਂ ਤੇ ਗਾਰ ਲੱਗੀ ਹੁੰਦੀ ਹੈ, ਕੀ ਕਰਕੇ ਆਉਂਦੇ ਨੇ? ਮਾਂ ਕਹਿੰਦੀ ਬੇਟਾ ਇਹ ਸਤਿਗੁਰ ਕੀ ਸੇਵਾ ਕਰਕੇ ਆਉਂਦੇ ਆ, ਗੁਰੂ ਕੀ ਸੇਵਾ ਕਰਕੇ ਆਉਂਦੇ ਆ। ਕਪੂਰ ਸਿੰਘ ਨੇ ਦੂਸਰਾ ਸਵਾਲ ਕੀਤਾ, ਮਾਂ ਸਤਿਗੁਰ ਦੀ ਸੇਵਾ ਕਰਨ ਵਾਸਤੇ ਕੀ ਕਰਨਾ ਚਾਹੀਦਾ? ਤੇ ਵੇਖੋ ਮਾਂ ਨੇ ਕਿੱਡੀ ਵੱਡੀ ਸਿੱਖਿਆ ਦਿੱਤੀ। ਮਾਂ ਕਹਿੰਦੀ ਬੇਟਾ ਸਤਿਗੁਰ ਦੀ ਸੇਵਾ ਕਰਨ ਵਾਸਤੇ ਸਭ ਤੋਂ ਪਹਿਲਾਂ ਮਨ ਗੁਰੂ ਨੂੰ ਵੇਚਣਾ ਪੈਂਦਾ ਹੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਹੈ ਕਾਰਜ ਰਾਸ। ਤੇ ਕਪੂਰ ਸਿੰਘ ਕਹਿੰਦੇ ਆ ਮਾਂ ਮਨ ਵੇਚਣ ਦੀ ਨਿਸ਼ਾਨੀ ਕੀ ਹੈ? ਮਾਂ ਨੇ ਕਿਹਾ ਬੇਟਾ ਜਿਹੜੀ ਚੀਜ਼ ਵਿਕ ਗਈ ਹੋਵੇ ਨਾ ਵਾਪਸ ਨਹੀਂ ਲਈ ਜਾਂਦੀ। ਬਸ ਜਦੋਂ ਪਹਿਲੇ ਦਿਨ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਸੇਵਾ ਕਰੇ, ਆਪਣਾ ਮਨ ਗੁਰੂ ਨਾਨਕ ਦੇ ਚਰਨਾਂ ਤੋਂ ਵੇਚ ਦਵੀਂ, ਜੀਵਨ ਦੇ ਵਿੱਚ ਫਿਰ ਦੁਬਾਰਾ ਕਦੇ ਆਪਣਾ ਮਨ ਚੁੱਕਣ ਦੀ ਹਿੰਮਤ ਨਾ ਕਰੀ, ਮਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਆਵੀਂ। ਇਸ ਤਰ੍ਹਾਂ ਕਹਿੰਦੇ 5 ਸਾਲ ਦੀ ਉਮਰ ਤੋਂ ਹੀ ਮਾਂ ਨੇ ਸੇਵਾ ਵੱਲ ਜੋੜ ਦਿੱਤਾ। ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਉਹ ਕਪੂਰ ਸਿੰਘ ਜੀ ਨੂੰ ਮਾਂ ਨੇ ਸਿਖਾਇਆ। ਮਾਤਾਵਾਂ ਭੈਣਾਂ ਸਜੀਆਂ ਨੇ, ਮੈਂ ਬੇਨਤੀ ਕਰਾਂ ਜੇ ਚਾਹੁੰਦੇ ਆ ਬੱਚੇ ਆਗਿਆਕਾਰੀ ਹੋਣ, ਬੱਚੇ ਸਿੱਖੀ ਵਿੱਚ ਪਰਪੱਕ ਹੋਣ, ਤੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਜ਼ਬਾਨੀ ਯਾਦ ਕਰਾਉਣ, ਜਾਪ ਸਾਹਿਬ ਜ਼ਬਾਨੀ ਯਾਦ ਕਰਾਉਣ। ਜੇ ਮਾਂ ਪਿਓ ਹੀ ਬੱਚਿਆਂ ਨੂੰ ਪੱਛਮ ਦੇਸ਼ਾਂ ਵੱਲ ਭੇਜਣਗੇ ਤੇ ਬੱਚਿਆਂ ਨੇ ਸਿੱਖੀ ਕਿੱਥੋਂ ਨਿਭਾਉਣੀ ਹੈ? ਪਹਿਲਾਂ ਮਾਂ ਪਿਓ ਸਿੱਖੀ ਵਿੱਚ ਪਰਪੱਕ ਹੋ ਕੇ ਬੱਚਿਆਂ ਨੂੰ ਸਿੱਖੀ ਸਿਦਕ ਭਰ ਕੇ ਵਿਖਾਉਣ। ਖਾਲਸਾ ਜੀ ਕਹਿੰਦੇ 10-11 ਸਾਲ ਦੀ ਉਮਰ ਹੋਈ ਕਪੂਰ ਸਿੰਘ ਜੀ ਦੀ, ਤੇ ਇਹਨਾਂ ਨੇ ਸ਼ਸਤਰ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ। ਸ਼ਸਤਰ ਵਿੱਦਿਆ ਦਾ ਅਭਿਆਸ ਜਦੋਂ ਕਪੂਰ ਸਿੰਘ ਜੀ ਨੇ ਸ਼ੁਰੂ ਕੀਤਾ, ਅੱਜ ਕੱਲ੍ਹ ਤਾਂ ਚਲੋ ਗੱਤਕੇ ਦੀ ਰੂਪ ਰੇਖਾ ਬਾਜ਼ਾਰਾਂ ਦੇ ਵਿੱਚ ਜਦੋਂ ਨਗਰ ਕੀਰਤਨ ਨਿਕਲਦਾ ਤੇ ਵਿਗਾੜ ਕੇ ਰੱਖ ਦਿੱਤੀ ਹੈ। ਅਸਲ ਦੇ ਵਿੱਚ ਗੱਤਕਾ ਕੋਈ ਬਾਜੀਗਰਾਂ ਦਾ ਸਟੰਟ ਨਹੀਂ ਹੈ ਵੀ ਚਾਰ ਕੇ ਛਿੱਲੜਾਂ ਵਾਸਤੇ ਲੋਕਾਂ ਦੀਆਂ ਸਟੇਜਾਂ ਤੇ ਜਾ ਕੇ ਕਰਤੱਵ ਵਿਖਾਉਣੇ। ਅੱਜ ਕੱਲ੍ਹ ਕੋਈ ਮੂੰਹ ਦੇ ਵਿੱਚੋਂ ਅੱਗ ਕੱਢਦਾ, ਕੋਈ ਕੱਚ ਭੰਨਦਾ, ਇਹ ਗੱਤਕਾ ਨਹੀਂ, ਸ਼ਸਤਰ ਵਿੱਦਿਆ ਨਹੀਂ। ਅਸਲੀ ਸ਼ਸਤਰ ਵਿੱਦਿਆ ਅੱਜ ਵੀ ਦਲਾਂ ਪੰਥਾਂ ਨੇ ਬਖੂਬੀ ਸਾਂਭ ਕੇ ਰੱਖੀ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ। ਨਵਾਬ ਕਪੂਰ ਸਿੰਘ ਜੀ ਨੇ ਕਹਿੰਦੇ ਤੇਗਾਂ ਦੇ ਨਾਲ ਜਦੋਂ ਸ਼ਸਤਰ ਵਿੱਦਿਆ ਲੈਣੀ ਆਰੰਭ ਕੀਤੀ, ਖਾਲਸਾ ਜੀ ਕਹਿੰਦੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਹੋਏ ਕਹਿੰਦੇ ਇੱਕ ਵਾਰ ਕਪੂਰ ਸਿੰਘ ਜੀ ਦੇ ਤਨ ਤੇ ਹੋ ਗਿਆ। ਖਾਲਸਾ ਜੀ ਜਦੋਂ ਤਨ ਤੇ ਵਾਰ ਹੋਇਆ ਫੱਟੜ ਹੋ ਗਏ। ਕਹਿੰਦੇ ਫੱਟ ਬਹੁਤ ਡੂੰਘਾ ਲੱਗ ਗਿਆ। ਜਦੋਂ ਮਾਤਾ ਪਿਤਾ ਕਪੂਰ ਸਿੰਘ ਜੀ ਨੂੰ ਲੈ ਕਰਕੇ ਗਏ ਨੇ ਵੈਦ ਦੇ ਕੋਲ, ਤੇ ਵੈਦ ਨੇ ਹੱਥ ਖੜੇ ਕਰ ਦਿੱਤੇ ਵੀ ਵਾਰ ਬਹੁਤ ਡੂੰਘਾ ਹੋ ਚੁੱਕਿਆ, ਇਹ ਬੱਚਾ ਹੁਣ ਬਚ ਨਹੀਂ ਸਕਦਾ। ਵੇਖੋ ਮਾਤਾ ਪਿਤਾ ਦਾ ਸਿਦਕ। ਕਹਿੰਦੇ ਮਾਤਾ ਪਿਤਾ ਘਬਰਾਏ ਨਹੀਂ, ਡੋਲੇ ਨਹੀਂ। ਮਾਤਾ ਪਿਤਾ ਆ ਗਏ ਹਰਿਮੰਦਰ ਸਾਹਿਬ ਦੀ ਧਰਤੀ ਤੇ। ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਤੇ ਬੁੱਢੇ ਦਲ ਦੇ ਦੂਸਰੇ ਜਥੇਦਾਰ ਸੇਵਾ ਨਿਭਾ ਰਹੇ ਸਨ। ਕਹਿੰਦੇ ਦੋਵੇਂ ਜਾਣੇ ਝਾੜੂ ਫੇਰ ਰਹੇ ਸਨ ਤੇ ਅੱਖਾਂ ਵਿੱਚੋਂ ਪਾਣੀ ਆ ਰਿਹਾ ਸੀ।
ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਨੇ ਪੁੱਛਿਆ ਦੋਵਾਂ ਜਾਣਿਆਂ ਨੂੰ, ਕਹਿੰਦੇ ਕੀ ਗੱਲ, ਰੋ ਕਿਸ ਗੱਲੋਂ ਰਹੇ ਹੋ? ਜਿਹੜੇ ਘਰ ਵਿੱਚ ਝਾੜੂ ਫੇਰ ਰਹੇ ਹੋ, ਇਹ ਘਰ ਤੇ ਰੋਂਦਿਆਂ ਨੂੰ ਹਸਾਉਂਦਾ ਹੈ। ਜੇ ਇਸ ਘਰ ਵਿੱਚ ਆ ਕੇ ਰੋਵੋਗੇ ਤੇ ਸੁੱਖ ਕਿੱਥੋਂ ਮਿਲੇਗਾ? ਕਹਿਣ ਲੱਗੇ ਜੀ ਇੱਕੋ ਲੜਕਾ ਹੈ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਫੱਟ ਲੱਗ ਗਿਆ। ਵੈਦ ਨੇ ਜਵਾਬ ਦੇ ਦਿੱਤਾ ਵੀ ਇਹ ਬੱਚਾ ਬਚ ਨਹੀਂ ਸਕਦਾ। ਦੀਵਾਨ ਦਰਬਾਰਾ ਸਿੰਘ ਕਹਿਣ ਲੱਗੇ ਇਹ ਗੁਰੂ ਰਾਮਦਾਸ ਦਾ ਘਰ ਹੈ। ਗੁਰੂ ਰਾਮਦਾਸ ਜੀ ਚਾਹੁਣ ਜਿਉਂਦੇ ਬੱਚੇ ਜੇ ਮਰ ਜਾਣ ਤੇ ਗੁਰੂ ਰਾਮਦਾਸ ਕਿਰਪਾ ਕਰੇ ਮਰੇ ਹੋਇਆਂ ਨੂੰ ਜਿਉਂਦਿਆਂ ਕਰ ਸਕਦਾ ਹੈ। ਤੁਹਾਡਾ ਬੱਚੇ ਦਾ ਤੇ ਹਜੇ ਵੀ ਇਲਾਜ ਚੱਲਦਾ ਹੈ। ਆ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਓ, ਤੁਹਾਡੇ ਬੱਚੇ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਖਾਲਸਾ ਜੀ ਉਹੀ ਹੋਇਆ। ਕਹਿੰਦੇ ਅਰਦਾਸ ਕੀਤੀ, ਹਰ ਕੀ ਪੌੜੀ ਤੋਂ ਜਲ ਲਿਆ, ਜੋੜੇ ਘਰ ਦੇ ਵਿੱਚੋਂ ਚਰਨ ਧੂੜੀ ਲਈ। ਕਹਿੰਦੇ ਗਏ ਵੈਦ ਦੇ ਕੋਲ ਜਲ ਛਕਾਇਆ, ਚਰਨ ਧੂੜੀ ਮੱਥੇ ਤੇ ਲਾਈ। ਗੁਰੂ ਨਾਨਕ ਦੇ ਘਰ ਦੇ ਸਰੋਵਰ ਦੇ ਜਲ ਦੇ ਨਾਲ, ਗੁਰੂ ਨਾਨਕ ਦੇ ਘਰ ਦੀ ਚਰਨ ਧੂੜੀ ਦੇ ਨਾਲ, ਜਿਸ ਕਪੂਰ ਸਿੰਘ ਬਾਰੇ ਵੈਦ ਕਹਿੰਦਾ ਸੀ ਬਚ ਨਹੀਂ ਸਕਦਾ, ਗੁਰੂ ਨਾਨਕ ਦੇ ਘਰ ਦੀ ਧੂੜੀ ਨੇ ਉਸ ਬੱਚੇ ਨੂੰ ਜਿਉਂਦਾ ਕਰ ਦਿੱਤਾ। ਖਾਲਸਾ ਜੀ ਕਪੂਰ ਸਿੰਘ ਜੀ ਬਿਲਕੁਲ ਸਹੀ ਸਲਾਮਤ ਤੰਦਰੁਸਤ ਹੋ ਗਏ। ਜਦੋਂ ਇਸ ਤਰ੍ਹਾਂ ਬਚਨ ਪੂਰੇ ਹੋਏ, ਕਹਿੰਦੇ ਸਮਾਂ ਆਇਆ, ਸਾਰੇ ਪਾਸਿਓਂ ਮੁਗਲ ਹਕੂਮਤ ਸਿੰਘਾਂ ਦੇ ਉੱਤੇ ਤਸ਼ੱਦਦ ਕਰਦੀ ਹੈ। ਇੱਕ ਸਾਡੇ ਜਰਨੈਲ ਹੋਏ ਨੇ ਬਾਬਾ ਤਾਰਾ ਸਿੰਘ ਜੀ ਵਾਂ ਵਾਲੇ। ਕਹਿੰਦੇ ਬਾਬਾ ਤਾਰਾ ਸਿੰਘ ਜੀ ਵਾਂ ਵਾਲਿਆਂ ਦੀ ਸ਼ਹਾਦਤ ਹੋਈ। ਕਪੂਰ ਸਿੰਘ ਜੀ ਨੌਜਵਾਨ ਸਨ, 15-16 ਸਾਲ ਦੀ ਉਮਰ। ਸ਼ਹਾਦਤ ਦਾ ਪਤਾ ਲੱਗਾ, ਕਹਿੰਦੇ ਮਨ ਵਿੱਚ ਜੋਸ਼ ਭਰ ਆਇਆ ਕਿ ਹਕੂਮਤ ਦੇ ਖਿਲਾਫ ਬਗਾਵਤ ਕਰਨੀ ਹੈ। ਕਹਿੰਦੇ ਬਾਬਾ ਤਾਰਾ ਸਿੰਘ ਵਾਂ ਵਾਲਿਆਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਕੋਲ ਕਹਿੰਦੇ ਮੈਂ ਪੰਥ ਵਾਸਤੇ ਕੁਝ ਕਰਨਾ ਚਾਹੁੰਦਾ। ਦੀਵਾਨ ਦਰਬਾਰਾ ਸਿੰਘ ਕਹਿੰਦੇ ਬੱਚਿਆ ਜੋਸ਼ ਹੈ, ਹੋਸ਼ ਨਹੀਂ ਅਜੇ। ਜੇ ਪੰਥ ਵਾਸਤੇ ਕੁਝ ਕਰਨਾ, ਪਹਿਲਾਂ ਆਪਣੇ ਆਪ ਵਾਸਤੇ ਕੁਝ ਕਰ। ਪਹਿਲਾਂ ਇੱਥੇ ਸੇਵਾ ਕਰ, ਸਿਮਰਨ ਕਰ, ਇਬਾਦਤ ਕਰ। ਜਦੋਂ ਤੂੰ ਇਬਾਦਤ ਕੀਤੀ, ਭਗਤੀ ਕੀਤੀ, ਕਲਗੀਆਂ ਵਾਲੇ ਨੇ ਖੁਦ ਤੇਰੇ ਕੋਲੋਂ ਪੰਥ ਦੀ ਸੇਵਾ ਲੈ ਲੈਣੀ ਹੈ। ਕਹਿੰਦੇ ਇਸ ਤਰ੍ਹਾਂ ਕਪੂਰ ਸਿੰਘ ਜੀ ਪੰਥ ਵਿੱਚ ਆਏ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਗੁਰੂ ਘਰ ਦੇ ਘੋੜਿਆਂ ਦੀ, ਜੋੜਿਆਂ ਦੀ, ਲੰਗਰਾਂ ਦੀ ਸੇਵਾ ਵਿੱਚ ਜੁਟ ਗਏ। ਹੁਣ ਦੂਜੇ ਪਾਸੇ ਜ਼ਕਰੀਆ ਖਾਨ ਤੇ ਨਾਦਰ ਸ਼ਾਹ ਵਰਗੇ ਇਹ ਸਿੰਘਾਂ ਤੋਂ ਭੈ ਪੀਤ ਨੇ। ਇੱਕ ਇਹਨਾਂ ਦਾ ਚੌਧਰੀ ਹੋਇਆ, ਫੌਜਦਾਰ ਹੋਇਆ ਅਸਲਮ ਖਾਂ। ਅਸਲਮ ਖਾਂ ਨੇ ਸਿੰਘਾਂ ਉੱਤੇ ਹਮਲਾ ਕੀਤਾ। ਕਹਿੰਦੇ ਸਿੰਘ ਮੁੱਠੀ ਭਰ ਸਨ। ਅਸਲਮ ਖਾਂ 20-30 ਹਜ਼ਾਰ ਦੀ ਫੌਜਾਂ ਨਾਲ ਚੜ੍ਹਿਆ। ਮੁੱਠੀ ਭਰ ਸਿੰਘਾਂ ਨੇ ਅਸਲਮ ਖਾਂ ਦੀ ਫੌਜਾਂ ਨੂੰ ਢਹਿ ਢੇਰੀ ਕਰ ਦਿੱਤਾ। ਅਸਲਮ ਖਾਂ ਨੇ ਫਿਰ ਚਿੱਠੀ ਲਿਖੀ ਕਿ ਇਹਨਾਂ ਦੇ ਨਾਲ ਅੜ ਨਹੀਂ ਸਕਦੇ, ਇਹਨਾਂ ਦੇ ਨਾਲ ਲੜ ਨਹੀਂ ਸਕਦੇ। ਜੇ ਇਹਨਾਂ ਦੇ ਵਾਰ ਤੋਂ, ਇਹਨਾਂ ਦੇ ਸ਼ਸਤਰਾਂ ਤੋਂ ਬਚਣਾ ਹੈ, ਫਿਰ ਹਕੂਮਤ ਨੂੰ ਚਾਹੀਦਾ ਇਸ ਖਾਲਸੇ ਅੱਗੇ ਝੁਕ ਜਾਵੇ, ਖਾਲਸੇ ਨਾਲ ਸੰਧੀ ਕਰ ਲਵੇ। ਉਸ ਸਮੇਂ ਕਹਿੰਦੇ ਖਾਲਸੇ ਦੇ ਪ੍ਰਭਾਵ ਤੋਂ ਭੈ ਭੀਤ ਹੋ ਕਰਕੇ ਨਵਾਬੀ ਭੇਜਣ ਦਾ ਫੁਰਨਾ ਹਕੂਮਤ ਦੇ ਮਨ ਵਿੱਚ ਆਇਆ। ਨਵਾਬੀ ਭੇਜਣੀ ਚਾਹੀ। ਭਾਈ ਸੁਬੇਗ ਸਿੰਘ ਜੀ ਜੋ ਹਕੂਮਤ ਦੀ ਨੌਕਰੀ ਕਰਦੇ ਸੀ, ਉਹਨਾਂ ਦੇ ਹੱਥ 1 ਲੱਖ ਮੋਹਰਾਂ, ਨਵਾਬੀ ਦੀ ਖਿੱਲਤ, ਦਸ਼ਾਲਾ ਸ਼ਾਹੀ ਪੁਸ਼ਾਕਾ, ਕਹਿੰਦੇ ਉਹ ਦੇ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਭੇਜਿਆ। ਭਾਈ ਸੁਬੇਗ ਸਿੰਘ ਨਵਾਬੀ ਦੀ ਖਿੱਲਤ ਲੈ ਕਰਕੇ ਅੰਮ੍ਰਿਤਸਰ ਆਏ। ਅੰਮ੍ਰਿਤਸਰ ਸਾਹਿਬ ਦਾ ਦ੍ਰਿਸ਼ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਹੈ। ਇੱਕ ਪਾਸੇ ਅਕਾਲ ਤਖਤ ਹੈ ਜਿੱਥੇ ਦੀਵਾਨ ਦਰਬਾਰਾ ਸਿੰਘ ਜੀ ਬੁੱਢੇ ਦਲ ਦੇ ਦੂਸਰੇ ਮੁਖੀ ਸਜੇ ਆ। ਇੱਕ ਪਾਸੇ ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਹੋ ਰਿਹਾ, ਰਬਾਬ ਵੱਜ ਰਹੀ ਹੈ, ਸਰੰਦਾ ਵੱਜ ਰਿਹਾ ਹੈ, ਮਰਦੰਗ ਵੱਜ ਰਹੀ ਹੈ। ਹਰਮੰਦਰ ਸਾਹਿਬ ਦੀ ਡਿਓੜੀ ਦੇ ਵਿੱਚ ਬੈਠ ਕਰਕੇ ਸਿੰਘ ਆਪਣੇ ਸ਼ਸਤਰਾਂ ਦੀ ਸੇਵਾ ਕਰ ਰਹੇ ਆ। ਭਾਈ ਸੁਬੇਗ ਸਿੰਘ ਆਏ, ਆ ਕਰਕੇ ਸਿੰਘਾਂ ਨੂੰ ਫਤਿਹ ਬੁਲਾਈ। ਸਿੰਘਾਂ ਨੇ ਪੁੱਛਿਆ ਕਿਵੇਂ ਆਉਣਾ ਹੋਇਆ? ਕਹਿਣ ਲੱਗੇ ਹਕੂਮਤ ਨੇ ਨਵਾਬੀ ਦੀ ਖਿੱਲਤ ਭੇਜੀ ਹੈ ਖਾਲਸੇ ਵਾਸਤੇ, ਮੈਂ ਨਵਾਬੀ ਲੈ ਕਰਕੇ ਆਇਆ।
ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਕੋਲ ਭਾਈ ਸੁਬੇਗ ਸਿੰਘ ਨੂੰ ਲੈ ਗਏ। ਭਾਈ ਸੁਬੇਗ ਸਿੰਘ ਕਹਿੰਦੇ ਅਸੀਂ ਨਵਾਬੀ ਹਕੂਮਤ ਵੱਲੋਂ ਲੈ ਕੇ ਆਏ ਆ, ਨਵਾਬੀ ਪ੍ਰਵਾਨ ਕੀਤੀ ਜਾਵੇ। ਤੇ ਵੇਖੋ ਪੰਥ ਦੇ ਜਰਨੈਲ ਕੈਸੇ ਮਹਾਨ ਸੁਰਤ ਦੇ ਮਾਲਕ ਨੇ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ ਕਹਿਣ ਲੱਗੇ ਹਮ ਨਵਾਬੀ ਕਦ ਚਾਹੇ ਲਈ। ਕਹਿਣ ਲੱਗੇ ਸੁਬੇਗ ਸਿਆਂ ਜਿਸ ਹਕੂਮਤ ਨੇ ਨਵਾਬੀ ਭੇਜੀ ਹੈ, ਪਹਿਲਾ ਸਵਾਲ ਸਾਡਾ ਹਕੂਮਤ ਨੂੰ ਇਹ ਹੈ ਵੀ ਅਸੀਂ ਨਵਾਬੀ ਦੀ ਮੰਗ ਹੀ ਕਦੋਂ ਰੱਖੀ ਹੈ। ਜਿੱਦਣ ਨਵਾਬੀ ਚਾਹੀਦੀ ਹੋਵੇਗੀ ਆਪਣੀ ਤੇਗ ਦੀ ਨੋਕ ਤੇ ਵਾਰ ਕਰਕੇ ਲਵਾਂਗੇ, ਕਦੇ ਭੀਖ ਦੇ ਵਿੱਚ ਸਿੱਖ ਰਾਜ ਨਹੀਂ ਲਿਆ ਕਰਦੇ। ਸੁਬੇਗ ਸਿੰਘ ਕਹਿੰਦਾ ਜੀ ਉਹਨਾਂ ਨੇ ਸਿੰਘਾਂ ਦੇ ਡਰ ਤੋਂ, ਸਿੰਘਾਂ ਦੇ ਪ੍ਰਤਾਪ ਤੋਂ, ਸਿੰਘਾਂ ਦੇ ਭੈ ਤੋਂ ਪ੍ਰਭਾਵਿਤ ਹੋ ਕਰਕੇ ਭੇਜੀ ਹੈ, ਇਹ ਨਵਾਬੀ ਪ੍ਰਵਾਨ ਕੀਤੀ ਜਾਵੇ। ਤੇ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਨੇ ਦੂਸਰਾ ਬਚਨ ਕੀਤਾ, ਕਹਿੰਦੇ ਅਸੀਂ ਨਵਾਬੀਆਂ ਨਹੀਂ ਚਾਹੁੰਦੇ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੁਬੇਗ ਸਿਆਂ ਮੈਂ ਅਕਾਲ ਤਖਤ ਦੀ ਸੇਵਾ ਕਰ ਰਿਹਾ, ਤੇ ਅਕਾਲ ਤਖਤ ਦੀ ਸੇਵਾ ਕਰਨ ਵਾਲਾ ਝਾੜੂ ਬਰਦਾਰ ਨਵਾਬੀਆਂ ਦਾ ਮੁਹਤਾਜ ਨਹੀਂ। ਅਕਾਲ ਤਖਤ ਦੇ ਜਥੇਦਾਰ ਨੂੰ ਕਲਗੀਆਂ ਵਾਲੇ ਨੇ ਪਾਤਸ਼ਾਹੀ ਦਿੱਤੀ ਹੈ। ਪਾਤਸ਼ਾਹੀ ਭਾਵੇਂ ਇਸ ਜਹਾਨ ਦੀ ਮਿਲ ਜਾਵੇ, ਭਾਵੇਂ ਅਗਲੇ ਜਹਾਨ ਦੀ ਮਿਲ ਜਾਵੇ, ਪਰ ਸਰਕਾਰ ਅੱਗੇ ਝੁਕਣਾ ਪਸੰਦ ਨਹੀਂ ਕਰਾਂਗੇ। ਖਾਲਸਾ ਜੀ ਤੀਸਰਾ ਬਚਨ ਭਾਈ ਸੁਬੇਗ ਸਿੰਘ ਨੂੰ ਕੀਤਾ ਦੀਵਾਨ ਦਰਬਾਰਾ ਸਿੰਘ ਜੀ ਨੇ। ਕਹਿਣ ਲੱਗੇ ਇੱਕ ਗੱਲ ਹੋਰ ਚੇਤੇ ਰੱਖੀ, ਤੂੰ ਨਵਾਬੀ ਲੈ ਕੇ ਆਇਆ, ਪਰ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਵੱਡੀ ਦਾਤ ਦਿੱਤੀ ਹੈ। ਸਤਿਗੁਰ ਦਈ ਪਾਤਸ਼ਾਹੀ ਹਮਨੇ ਹੰਨੇ ਹੰਨੇ ਲਾਏ, ਜਹ ਜਹ ਬਹਿ ਜ਼ਮੀਨ ਮਲ ਤਹ ਤਹ ਤਖਤ ਬਣਾਏ। ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਕਹਿੰਦੇ ਆ ਘੋੜਿਆਂ ਦੀਆਂ ਕਾਠੀਆਂ ਤੇ ਸਿੰਘ ਸੌਂਦੇ ਆ। ਕਹਿੰਦੇ ਕਲਗੀਆਂ ਵਾਲੇ ਨੇ ਸਾਨੂੰ ਇਹ ਘੋੜਿਆਂ ਦੀ ਕਾਠੀਆਂ ਦੀ ਪਾਤਸ਼ਾਹੀ ਦਿੱਤੀ ਹੈ, ਤੇ ਨਾਲੇ ਵਚਨ ਕੀਤੇ ਨੇ ਵੀ ਜਿੱਥੇ ਵੀ ਗੁਰੂ ਕਾ ਸਿੱਖ ਜਾ ਕੇ ਨਿਸ਼ਾਨ ਸਭ ਚਲਾ ਦੇਵੇਗਾ, ਉੱਥੇ ਹੀ ਗੁਰੂ ਕੇ ਖਾਲਸੇ ਦਾ ਤਖਤ, ਗੁਰੂ ਕੇ ਖਾਲਸੇ ਦੀ ਹਕੂਮਤ ਤਿਆਰ ਹੋ ਜਾਵੇਗੀ। ਖਾਲਸਾ ਜੀ ਇਹੀ ਕਾਰਨ ਹੈ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਭਾਵੇਂ ਪੰਜ ਵੀ ਹੋਣ, ਭਾਵੇਂ ਕਿਤੇ ਵੀ ਜਾ ਕਰਕੇ ਨਿਸ਼ਾਨ ਸਾਹਿਬ ਚਲਾ ਦੇਣ, ਨਿਸ਼ਾਨ ਸਾਹਿਬ ਚਲਾ ਕੇ ਗੁਰੂ ਨਾਨਕ ਦਾ ਲੰਗਰ ਸ਼ੁਰੂ ਕਰ ਦੇਣ। ਕਹਿੰਦੇ ਗੁਰੂ ਨਾਨਕ ਦੇ ਘਰੋਂ ਐਸੀ ਪਾਤਸ਼ਾਹੀ ਸਿੱਖਾਂ ਨੂੰ ਮਿਲੀ ਹੈ, ਸਰਕਾਰਾਂ ਦੇ ਖਜ਼ਾਨੇ ਤਾਂ ਮੁੱਕ ਸਕਦੇ ਆ, ਪਰ ਗੁਰੂ ਨਾਨਕ ਦੇ ਸਿੱਖ ਭਾਵੇਂ ਮੁੱਠੀ ਪਰ ਹੋਣ, ਪਰ ਪੂਰੀ ਦੁਨੀਆ ਨੂੰ ਰਜਾਉਣ ਦੀ ਤਾਕਤ ਰੱਖਦੇ ਆ। ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਕੀਤੀ। ਭਾਈ ਸੁਬੇਗ ਸਿੰਘ ਕਹਿੰਦਾ ਜੀ ਵੇਖੋ ਮੈਂ ਤਾਂ ਬੇਨਤੀ ਕਰਦਾ ਹਕੂਮਤ ਵੱਲੋਂ, ਹਕੂਮਤ ਖਾਲਸੇ ਦੇ ਚਰਨਾਂ ਤੇ ਢੁਕਣਾ ਚਾਹੁੰਦੀ ਹੈ। ਉਸ ਸਮੇਂ ਦੀਵਾਨ ਦਰਬਾਰਾ ਸਿੰਘ ਜੀ ਕਹਿਣ ਲੱਗੇ ਸਾਨੂੰ ਨਵਾਬੀ ਨਹੀਂ ਚਾਹੀਦੀ, ਗੁਰੂ ਘਰ ਦੇ ਕਿਸੇ ਸੇਵਾਦਾਰ ਨੂੰ ਨਵਾਬੀ ਦੇ ਦਿੰਨੇ ਆ। ਉਸ ਸਮੇਂ ਕਪੂਰ ਸਿੰਘ ਜੀ ਪੱਖਾ ਚਲਾਉਣ ਦੀ ਸੇਵਾ ਕਰ ਰਹੇ ਸਨ। ਕਹਿੰਦੇ ਦੀਵਾਨ ਦਰਬਾਰਾ ਸਿੰਘ ਜੀ ਨੇ ਬਚਨ ਕੀਤਾ ਕਪੂਰ ਸਿੰਘ ਪੱਖੇ ਦੀ ਸੇਵਾ ਕਰ ਰਿਹਾ ਹੈ, ਘੋੜਿਆਂ ਦੀ ਸੇਵਾ ਵੀ ਕਰਦਾ ਹੈ, ਨਵਾਬੀ ਇਸ ਕਪੂਰ ਸਿੰਘ ਨੂੰ ਦੇ ਦਿੱਤੀ ਜਾਵੇ। ਹੁਣ ਵੇਖੋ ਕਪੂਰ ਸਿੰਘ ਜੀ ਦੇ ਕੰਨਾਂ ਵਿੱਚ ਜਦੋਂ ਬਚਨ ਪਏ, ਦੋਵੇਂ ਹੱਥ ਜੋੜ ਦਿੱਤੇ, ਪੱਖਾ ਛੱਡ ਦਿੱਤਾ, ਦੋਵੇਂ ਹੱਥ ਜੋੜ ਕੇ ਕਹਿੰਦੇ ਜੀ ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ ਹਾਂ, ਤੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਬਹੁਤ ਸਕੂਨ ਮਿਲਦਾ, ਦੁਨੀਆ ਦੀ ਝੂਠੀ ਨਵਾਬੀ ਮੈਨੂੰ ਨਹੀਂ ਚਾਹੀਦੀ। ਮਨਾ ਕਰ ਦਿੱਤਾ। ਕੈਸੇ ਸਿੱਖ ਹੋਣਗੇ? ਹਕੂਮਤ ਨਵਾਬੀ ਘਰ ਭੇਜ ਰਹੀ ਹੈ, ਤਾਂ ਵੀ ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ ਹੋ ਰਿਹਾ। ਇੱਕ ਅੱਜ ਵਾਲੇ ਨੇ ਹਕੂਮਤ ਨੂੰ ਭੇਜਣ ਦੀ ਲੋੜ ਨਹੀਂ ਹੁੰਦੀ, ਹਕੂਮਤ ਦੇ ਦਫ਼ਤਰਾਂ ਦੇ ਬਾਹਰ ਬਹਿ ਜਾਂਦੇ ਆ ਵੀ ਨਵਾਬੀ ਦਿੱਤੀ ਜਾਵੇ। ਪਰ ਕਪੂਰ ਸਿੰਘ ਜੀ ਕਹਿੰਦੇ ਮੈਨੂੰ ਨਵਾਬੀ ਨਹੀਂ ਚਾਹੀਦੀ। ਉਸ ਸਮੇਂ ਪੰਥ ਨੇ ਹੁਕਮ ਕੀਤਾ ਵੀ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਲੈ ਲਿਆ ਜਾਵੇ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਕਮ ਕਰਨਗੇ ਉਸ ਦੇ ਮੁਤਾਬਕ ਇਹ ਫੈਸਲਾ ਲਿਆ ਜਾਵੇਗਾ ਨਵਾਬੀ ਲੈਣੀ ਹੈ ਕਿ ਨਹੀਂ ਲੈਣੀ। ਕਹਿੰਦੇ ਹੁਕਮਨਾਮਾ ਲਿਆ, ਹੁਕਮਨਾਮਾ ਆਇਆ, ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ। ਜਦੋਂ ਇਹ ਹੁਕਮ ਆਇਆ, ਆਦੇਸ਼ ਹੋਇਆ ਨਵਾਬੀ ਲੈਣੀ ਪਵੇਗੀ। ਕਹਿੰਦੇ ਜਦੋਂ ਕਪੂਰ ਸਿੰਘ ਜੀ ਨੇ ਇਹ ਬਚਨ ਸੁਣਿਆ, ਦੋ ਸ਼ਰਤਾਂ ਰੱਖ ਦਿੱਤੀਆਂ।
ਕਪੂਰ ਸਿੰਘ ਜੀ ਕਹਿੰਦੇ ਮੇਰੀਆਂ 2 ਸ਼ਰਤਾਂ ਨੇ। ਪੁੱਛਿਆ ਕੀ? ਕਹਿੰਦੇ ਪਹਿਲੀ ਸ਼ਰਤ ਹੈ ਨਵਾਬੀ ਮੈਂ ਤਾਂ ਹੀ ਪ੍ਰਵਾਨ ਕਰਾਂਗਾ ਜੇ ਨਵਾਬੀ ਦੀ ਪੱਗ, ਨਵਾਬੀ ਦੀ ਖਿੱਲਤ 5 ਪਿਆਰਿਆਂ ਦੇ ਚਰਨਾਂ ਨੂੰ ਛਵਾਈ ਜਾਵੇਗੀ। ਤੇ ਦੂਸਰਾ, ਮੈਂ ਨਵਾਬੀ ਦੀ ਖਿੱਲਤ ਤਾਂ ਹੀ ਪ੍ਰਵਾਨ ਕਰਾਂਗਾ ਜੇ ਨਵਾਬੀ ਮਿਲਣ ਤੋਂ ਬਾਅਦ ਵੀ ਮੈਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਤੋਂ ਰੋਕਿਆ ਨਾ ਜਾਵੇਗਾ। ਕੈਸੀ ਮੁਹੱਬਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਨਾਲ ਹੋਏਗੀ। ਸਿੰਘਾਂ ਨੇ ਪੁੱਛਿਆ ਪਹਿਲੀ ਸ਼ਰਤ ਕਿਉਂ? ਕਹਿੰਦੇ ਪਹਿਲੀ ਸ਼ਰਤ ਇਸ ਵਾਸਤੇ ਹਕੂਮਤ ਧੋਖਾ ਨਾ ਖਾ ਜਾਵੇ ਕਿ ਗੁਰੂ ਕੇ ਖਾਲਸੇ ਨਵਾਬੀਆਂ ਦੇ ਮੁਹਤਾਜ ਨੇ। ਮੈਂ ਹਕੂਮਤ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਡੀ ਝੂਠੀਆਂ ਨਵਾਬੀਆਂ ਖਾਲਸੇ ਦੇ ਚਰਨਾਂ ਦੀ ਧੂੜੀ ਦੀ ਬਰਾਬਰੀ ਵੀ ਨਹੀਂ ਕਰ ਸਕਦੇ। ਖਾਲਸਾ ਜੀ ਇਹ ਬਚਨ ਕੀਤਾ। ਤੇ ਦੂਸਰਾ ਬਚਨ ਬੜਾ ਪਿਆਰਾ ਉਹਨਾਂ ਦੇ ਜੀਵਨ ਵਿੱਚ ਇਹਨਾਂ ਨੇ ਕਮਾ ਕੇ ਵਿਖਾਇਆ। ਕਹਿੰਦੇ ਤਾ ਉਮਰ ਨਵਾਬੀ ਦੀ ਪੱਗ ਆਪਣੇ ਸਿਰ ਤੇ ਨਹੀਂ ਸਜਾਈ। ਕਹਿੰਦੇ ਆ ਸਿਰ ਕਲਗੀਆਂ ਵਾਲੇ ਦਾ ਹੈ ਤੇ ਕਲਗੀਆਂ ਵਾਲੇ ਦੇ ਸਿਰ ਦੇ ਉੱਤੇ ਕੇਵਲ ਕਲਗੀਆਂ ਵਾਲੇ ਦੀ ਦਸਤਾਰ ਝੁਲਦੀ ਹੈ, ਹਕੂਮਤਾਂ ਦੀ ਨਵਾਬੀਆਂ ਦੀਆਂ ਦਸਤਾਰਾਂ ਨਹੀਂ ਝੁਲਦੀਆਂ। ਇਹ ਹੈ ਸਿੱਖ ਦੇ ਸਿਰ ਦੀ ਨਿਸ਼ਾਨੀ। ਸਿੱਖ ਉਹੀ ਹੈ ਜਿਹਦਾ ਸਿਰ ਕੇਵਲ ਗੁਰੂ ਅੱਗੇ ਝੁਕਦਾ ਹੈ, ਨਾ ਕਿਸੇ ਬਾਦਸ਼ਾਹ ਅੱਗੇ ਝੁਕਦਾ, ਨਾ ਕਿਸੇ ਪਖੰਡੀ ਅੱਗੇ ਝੁਕਦਾ ਹੈ। ਇਸ ਤਰ੍ਹਾਂ ਕਹਿੰਦੇ ਬਾਬਾ ਕਪੂਰ ਸਿੰਘ ਜੀ ਨੂੰ ਨਵਾਬੀ ਮਿਲੀ ਤੇ ਉਹ ਨਵਾਬ ਕਪੂਰ ਸਿੰਘ ਜੀ ਹੋ ਗਏ। ਉਹਨਾਂ ਦਾ ਹੁਕਮ ਮੰਨਿਆ ਪੰਥ ਨੇ, ਕਿਉਂਕਿ ਦੀਵਾਨ ਦਰਬਾਰਾ ਸਿੰਘ ਜੀ ਨੇ ਆਪਣੇ ਤੋਂ ਬਾਅਦ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੂੰ ਬੁੱਢੇ ਦਲ ਦਾ ਅਕਾਲ ਤਖਤ ਸਾਹਿਬ ਦਾ ਤੀਸਰਾ ਮੁਖੀ ਨਿਯੁਕਤ ਕੀਤਾ। ਜਦੋਂ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਜਥੇਦਾਰ ਬਣੇ, ਇਹਨਾਂ ਨੇ ਗਤੀਵਿਧੀਆਂ ਤੇਜ਼ ਕੀਤੀਆਂ। ਅਸਲਮ ਖਾਂ ਸੋਧਿਆ, ਸਮਦ ਖਾਂ ਸੋਧਿਆ, ਨਾਲ ਨਾਲ ਫਰੀਦਾਬਾਦ ਦਾ ਇਲਾਕਾ, ਚਰਖੀ ਦਾਦਰੀ ਦਾ ਇਲਾਕਾ, ਇੱਧਰੋਂ ਬੱਲਭਗੜ੍ਹ ਦਾ ਇਲਾਕਾ, ਪਾਣੀਪਤ ਸੋਨੀਪਤ ਦਾ ਇਲਾਕਾ, ਇਹ ਸਾਰਾ ਨਵਾਬ ਬਾਬਾ ਕਪੂਰ ਸਿੰਘ ਜੀ ਨੇ ਜਿੱਤਿਆ। ਕਹਿੰਦੇ ਆ ਸਾਰਾ ਇਲਾਕਾ ਜਿੱਤਣ ਤੋਂ ਬਾਅਦ ਪਤਾ ਲੱਗਾ ਵੀ ਦਿੱਲੀ ਵੀ ਕੋਲੇ ਹੀ ਹੈ, ਦਿੱਲੀ ਵੀ ਬਹੁਤੀ ਦੂਰ ਨਹੀਂ। ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਬਚਨ ਕਰ ਦਿੱਤਾ, ਖਾਲਸਾ ਜੀ ਚਲੋ ਚੱਲ ਕਰਕੇ ਦਿੱਲੀ ਦੇ ਤਖਤ ਤੇ ਵੀ ਨਿਸ਼ਾਨ ਚਲਾ ਕੇ ਆਈਏ। ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਖਾਲਸੇ ਦੇ ਦਲ ਦੇ ਨਾਲ ਤੁਰੇ, ਦਿੱਲੀ ਵੱਲ ਨੂੰ ਵਧੇ। ਕਹਿੰਦੇ ਅਕਾਲ ਅਕਾਲ ਦੇ ਜਕਾਰੇ ਲਾਉਂਦੇ ਲਾਉਂਦੇ ਆ ਸਾਹਮਣੇ ਦਿੱਲੀ ਦੇ ਤਖਤ ਦੇ ਉੱਤੇ ਕਲਗੀਆਂ ਵਾਲੇ ਦੇ ਪੰਥ ਦਾ ਨਿਸ਼ਾਨ ਝੁਲਾ ਦਿੱਤਾ। ਕਹਿੰਦੇ ਨਿਸ਼ਾਨ ਝਲਾਇਆ, ਰਹਿਰਾਸ ਸਾਹਿਬ ਦਾ ਪਾਠ ਹੋਇਆ, ਸੰਧਿਆ ਸਮੇਂ ਆਰਤੀ ਆਰਤੇ ਦਾ ਜਾਪ ਹੋਇਆ। ਆਰਤੀ ਆਰਤੇ ਦੇ ਜਾਪ ਤੋਂ ਬਾਅਦ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਨੇ ਅਰਦਾਸ ਕੀਤੀ, ਇੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਪਾਤਸ਼ਾਹ ਤੇਰੇ ਦੀਦਾਰਿਆਂ ਵਾਸਤੇ ਆਏ ਸਾਂ, ਹਕੂਮਤ ਦੀ ਅੜ ਭੰਨਣੀ ਸੀ, ਇਸ ਕਰਕੇ ਨਿਸ਼ਾਨ ਵੀ ਝਲਾਇਆ ਹੈ। ਹੁਣ ਸਾਨੂੰ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਚਾਲੇ ਪਾਉਣ ਦੀ ਆਗਿਆ ਬਖਸ਼ ਦੇਵੋ। ਦਿੱਲੀ ਦਾ ਰਾਜ ਜਿੱਤਿਆ ਤੇ ਸ਼ਾਮ ਨੂੰ ਪਾਠ ਕਰਕੇ ਰਾਜ ਦੇ ਨਾਲ ਭੁੱਖ ਨਹੀਂ ਜਿਤਾਈ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਅਰਦਾਸ ਕਰਕੇ ਵਾਪਸ ਨੂੰ ਚਾਲੇ ਪਾਉਣ ਦੀ ਮਨਜ਼ੂਰੀ ਵੀ ਲੈ ਲਈ। ਤੇ ਕੋਲੇ ਸਿੰਘ ਸੀ, ਪੁੱਛਦੇ ਨੇ, ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਜੇ ਛੱਡਣਾ ਹੀ ਸੀ ਦਿੱਲੀ ਦਾ ਰਾਜ ਤੇ ਜਿੱਤਿਆ ਹੀ ਕਿਉਂ, ਫਤਿਹ ਕਿਉਂ ਕੀਤਾ? ਸਿੰਘ ਸਾਹਿਬ ਨਵਾਬ ਕਪੂਰ ਸਿੰਘ ਕਹਿਣ ਲੱਗੇ ਇਹ ਦਿੱਲੀ ਦੇ ਤਖਤ ਨੇ ਗੁਰੂ ਤੇਗ ਬਹਾਦਰ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਸੀ। ਖਾਲਸਾ ਦਿੱਲੀ ਦੇ ਰਾਜ ਦਾ ਭੁੱਖਾ ਨਹੀਂ, ਪਰ ਖਾਲਸੇ ਦੀ ਆਉਣ ਵਾਲੀਆਂ ਪੀੜ੍ਹੀਆਂ ਇਸ ਦਿੱਲੀ ਦੇ ਤਖਤ ਦੀ ਅੜ ਭੰਨਦੀਆਂ ਰਹਿਣਗੀਆਂ ਤੇ ਦਿੱਲੀ ਦੇ ਤਖਤ ਨੂੰ ਦੱਸਦੀਆਂ ਰਹਿਣਗੀਆਂ ਕਿ ਗੁਰੂ ਤੇਗ ਬਹਾਦਰ ਦੀ ਆਵਾਜ਼ ਜੁਗੋ ਜੁਗ ਅਟਲ ਰਹੇਗੀ ਤੇ ਦਿੱਲੀ ਦੇ ਤਖਤ ਦੀ ਕੋਈ ਬਾਤ ਵੀ ਨਹੀਂ ਪੁੱਛੇਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਥਾਪੜੇ ਤੇ ਆਇਆ ਸਾਂ, ਨਿਸ਼ਾਨ ਚਲਾ ਕੇ ਚੱਲਿਆ, ਹਕੂਮਤ ਨੂੰ ਇਹ ਗੱਲ ਸਪਸ਼ਟ ਵੀ ਕਰ ਚੱਲਿਆ ਕਿ ਤੁਹਾਡੀ ਹਕੂਮਤਾਂ ਦੇ ਨਿਸ਼ਾਨ ਭਾਵੇਂ ਇੱਕ ਵਾਰ ਝੁੱਲ ਜਾਣ ਬਹੁਤੀ ਦੇਰ ਟਿਕਣਗੇ ਨਹੀਂ, ਪਰ ਜਿੱਥੇ ਸ਼ਹੀਦਾਂ ਦਾ ਲਹੂ ਡੁੱਲਿਆ ਉੱਥੇ ਕੇਸਰੀ ਨਿਸ਼ਾਨ ਸਦਾ ਹੀ ਝੁੱਲਦੇ ਰਹਿਣਗੇ। ਇਹ ਬਚਨ ਕੀਤਾ। ਵਾਪਸ ਗਏ। ਕਹਿੰਦੇ ਜਦੋਂ ਵਾਪਸ ਗਏ ਮਾਲਵੇ ਦੇ ਇਲਾਕੇ ਵੱਲੋਂ ਤੁਰੇ। ਮਾਲਵੇ ਦੇ ਇਲਾਕੇ ਵਿੱਚ ਇੱਕ ਠੀਕਰੀ ਵੱਲ ਪਿੰਡ ਸੀ, ਉੱਥੇ ਸੀ ਸਰਦਾਰ ਆਲਾ ਸਿੰਘ। ਆਲਾ ਸਿੰਘ ਨੂੰ ਪਤਾ ਲੱਗਾ ਨਵਾਬ ਕਪੂਰ ਸਿੰਘ ਜੀ ਆਏ ਆ,
ਇਹ ਸੋਨੇ ਦੀਆਂ ਮੋਹਰਾਂ ਥਾਲਾਂ ਵਿੱਚ ਭਰ ਕੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਦੇ ਸਾਹਮਣੇ ਗਿਆ। ਕਹਿੰਦੇ ਨਵਾਬ ਕਪੂਰ ਸਿੰਘ ਜੀ ਪੁੱਛਦੇ ਆ, ਸਿੰਘਾ ਆ ਇੰਨੀ ਮਾਇਆ ਕਿਸ ਵਾਸਤੇ ਲਿਆਇਆ? ਕਹਿੰਦਾ ਜੀ ਕਲਗੀਆਂ ਵਾਲੇ ਦੀ ਖੁਸ਼ੀ ਚਾਹੀਦੀ ਹੈ। ਸਿੰਘ ਸਾਹਿਬ ਨਵਾਬ ਕਪੂਰ ਸਿੰਘ ਕਹਿੰਦੇ ਕਲਗੀਆਂ ਵਾਲੇ ਦੀ ਖੁਸ਼ੀ ਸੋਨੇ ਦੀਆਂ ਮੋਹਰਾਂ ਨਾਲ ਨਹੀਂ ਮਿਲਣੀ। ਜੇ ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਹੈ ਖੰਡੇ ਦੀ ਪੋਲ ਲੈ ਕੇ ਸਿੱਖੀ ਵਿੱਚ ਪਰਪੱਕ ਹੋ ਜਾ। ਕਹਿੰਦੇ ਆਲਾ ਸਿੰਘ ਦੇ ਉੱਤੇ ਪ੍ਰਭਾਵ ਪਿਆ। ਉਸ ਸਮੇਂ ਆਲਾ ਸਿੰਘ ਗੁਰੂ ਗ੍ਰੰਥ ਕਾ ਪਾਠ ਧਾਮ ਆਪਣੇ ਕਰਵਾਇਓ ਯੁੱਧ ਪੰਥ ਕੀਨੀ ਥਾਟ। ਕਹਿੰਦੇ ਉਸ ਸਮੇਂ ਆਲਾ ਸਿੰਘ ਨੇ ਸਮੁੱਚੇ ਵਹੀਰ ਨੂੰ ਬੁੱਢੇ ਦਲ ਨੂੰ ਬੇਨਤੀ ਕੀਤੀ, ਮੇਰੇ ਮਹਿਲਾਂ ਵਿੱਚ ਆਓ, ਪਾਠ ਆਰੰਭ ਕੀਤਾ ਜਾਵੇ। ਪਾਠ ਆਰੰਭ ਹੋਇਆ, ਅੰਮ੍ਰਿਤ ਸੰਚਾਰ ਹੋਇਆ ਤੇ ਕਹਿੰਦੇ ਅੰਮ੍ਰਿਤ ਛਕਿਆ ਨਵਾਬ ਤੇ ਪੰਥ ਤਈ ਪ੍ਰਸਾਦ। ਕਹਿੰਦੇ ਫਿਰ ਆਲਾ ਸਿੰਘ ਨੇ ਨਵਾਬ ਕਪੂਰ ਸਿੰਘ ਜੀ ਦੇ ਕਹਿਣ ਤੇ ਅੰਮ੍ਰਿਤ ਛਕਿਆ। ਇਸ ਤਰ੍ਹਾਂ ਅੰਮ੍ਰਿਤ ਛਕ ਕਰਕੇ ਸ਼ਰਧਾ ਤੇ ਛਕਵਾਇਓ ਤਦ ਕੀਨੋ ਅਹਿਲਾਦ। ਕਹਿੰਦੇ ਸ਼ਰਧਾ ਦੇ ਨਾਲ ਬਾਅਦ ਵਿੱਚ ਸਿੰਘਾਂ ਦੀ ਸੇਵਾ ਕੀਤੀ। ਕਹਿੰਦੇ ਇਸ ਤੋਂ ਬਾਅਦ ਸਮਾਂ ਆਇਆ, ਉਸ ਠੀਕਰੀ ਵੱਲ ਪਿੰਡ ਦੇ ਵਿੱਚ ਬੁੱਢਾ ਦਲ ਫਿਰ ਕੀਨੀ ਤਹਿਬਲ ਕੀਨੀ ਤੀਨ। ਕਹਿੰਦੇ ਉਸ ਤੋਂ ਬਾਅਦ ਬੁੱਢਾ ਦਲ ਨੇ ਅੰਮ੍ਰਿਤ ਸੰਚਾਰ ਕਰਕੇ ਵਾਪਸ ਅੰਮ੍ਰਿਤਸਰ ਨੂੰ ਫਿਰ ਚਾਲਾ ਪਾ ਦਿੱਤਾ। ਕਿਉਂਕਿ ਪੁਰਾਤਨ ਸਮੇਂ ਵਿੱਚ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਵੀ ਕਹਿੰਦੇ ਆ, ਗੁਰਪੁਰ ਪ੍ਰਕਾਸ਼ ਵਿੱਚ ਵੀ ਕਹਿੰਦੇ ਆ, ਆਦਿ ਕਾਲ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਤੇ ਬਾਬਾ ਵਿਨੋਦ ਸਿੰਘ ਜੀ ਨੂੰ ਲਿਖਤੀ ਹੁਕਮਨਾਮਾ ਦੇ ਕੇ ਭੇਜਿਆ ਸੀ, ਅੰਮ੍ਰਿਤ ਸੰਚਾਰ ਥਾਂ ਥਾਂ ਤੇ ਨਹੀਂ ਸੀ ਹੁੰਦਾ। ਬੁੱਢੇ ਦਲ ਦੀ ਵਹੀਰ ਜਾਂਦੀ ਸੀ ਤੇ ਅੰਮ੍ਰਿਤ ਸੰਚਾਰ ਹੁੰਦਾ ਸੀ। ਖਾਲਸਾ ਜੀ ਜਦੋਂ ਇੱਕ ਹੋਰ ਪ੍ਰਸੰਗ ਮੈਂ ਨਵਾਬ ਕਪੂਰ ਸਿੰਘ ਜੀ ਦਾ ਸੁਣਾਵਾਂ ਵੀ ਉਹਨਾਂ ਦਾ ਮਾਇਆ ਤੋਂ ਕਿੰਨਾ ਨਿਰਲੇਪ ਚਿੱਤ ਰਿਹਾ। ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਐਲਾਨ ਕੀਤਾ ਵੀ ਨਾਦਰ ਸ਼ਾਹ ਵਰਗੇ ਭਾਰਤ ਦਾ ਖਜ਼ਾਨਾ ਲੁੱਟ ਕੇ ਜਾਂਦੇ ਆ, ਇਹਨਾਂ ਦਾ ਖਜ਼ਾਨਾ ਖਾਲਸਾ ਲੁੱਟੇਗਾ। ਕਹਿੰਦੇ ਨਾਦਰ ਸ਼ਾਹ ਦਾ ਖਜ਼ਾਨਾ ਲੁੱਟਿਆ। ਉਸ ਤੋਂ ਬਾਅਦ ਇੱਕ ਸੇਠ ਧਨੀ ਰਾਮ ਸੀ, ਉਹ ਵੀ ਜਾ ਰਿਹਾ ਸੀ ਲਾਹੌਰ ਤੋਂ ਦਿੱਲੀ ਵੱਲ ਨੂੰ। ਕਹਿੰਦੇ ਸਿੰਘਾਂ ਨੂੰ ਪਤਾ ਲੱਗਾ ਵੀ ਸਰਕਾਰੀ ਖਜ਼ਾਨੇ ਦੇ ਗੱਡੇ ਜਾ ਰਹੇ ਆ। ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦੇ ਆਦੇਸ਼ਾਂ ਦੇ ਨਾਲ ਸਿੰਘਾਂ ਨੇ ਜਾ ਕਰਕੇ ਗੱਡਿਆਂ ਤੇ ਉੱਤੇ ਕਬਜ਼ਾ ਕਰ ਲਿਆ। ਜਿਹੜਾ ਸੇਠ ਸੀ ਗੱਡਿਆਂ ਦਾ ਮਾਲਕ, ਉਹ ਭੱਜ ਗਿਆ, ਘਰਾਂ ਵਿੱਚ ਲੁਕ ਗਿਆ। ਪਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੂੰ ਪਤਾ ਲੱਗਾ ਵੀ ਇਹ ਸਰਕਾਰੀ ਖਜ਼ਾਨਾ ਨਹੀਂ, ਇਹ ਤਾਂ ਕਿਸੇ ਆਮ ਗ੍ਰਸਤੀ ਦਾ ਸੇਠ ਦਾ ਖਜ਼ਾਨਾ ਹੈ। ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਖੁਦ ਗਏ, ਜਿਸ ਘਰ ਵਿੱਚ ਲੁਕਿਆ ਸੀ ਉੱਥੇ ਆਵਾਜ਼ ਦਿੱਤੀ। ਕਹਿੰਦੇ ਸੇਠ ਜੀ ਬਾਹਰ ਆ ਜਾਓ, ਤੁਸੀਂ ਸਾਡੇ ਭਰਾ ਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ। ਸੇਠ ਬਾਹਰ ਆਇਆ। ਨਵਾਬ ਜੀ ਨੇ ਪੁੱਛਿਆ, ਕਹਿੰਦੇ ਇਹ ਖਜ਼ਾਨਾ ਕਿਹਦਾ? ਕਹਿੰਦੇ ਲਿਜਾ ਰਹੇ ਹਾਂ ਦਿੱਲੀ। ਕਹਿੰਦੇ ਇਹਦੀ ਮਾਇਆ ਸਰਕਾਰ ਨੇ ਦਿੱਤੀ ਹੈ? ਕਹਿੰਦੇ ਜੀ ਸਰਕਾਰ ਨੇ ਨਹੀਂ ਦਿੱਤੀ, ਮੇਰੀ 10 ਨੌਆਂ ਦੀ ਕਿਰਤ ਕਮਾਈ ਹੈ। ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਨੇ ਹੁਕਮ ਕੀਤਾ ਸਿੰਘਾਂ ਨੂੰ, ਜਿੰਨਾ ਵੀ ਖਜ਼ਾਨਾ ਲੁੱਟਿਆ ਉਹ 10 ਗੁਣਾ ਵੱਧ ਕੱਢ ਕੇ ਸੇਠ ਦੀ ਝੋਲੀ ਦੇ ਵਿੱਚ ਪਾ ਦਿੱਤਾ ਜਾਵੇ। ਸਿੰਘ ਕਹਿਣ ਲੱਗੇ ਕਿਉਂ? ਕਹਿੰਦੇ ਖਾਲਸਾ ਕਦੇ ਮਜ਼ਲੂਮਾਂ ਤੇ ਗਰੀਬਾਂ ਤੇ ਵਾਰ ਨਹੀਂ ਕਰਦਾ। ਖਾਲਸਾ ਖਜ਼ਾਨਿਆਂ ਦਾ ਭੁੱਖਾ ਨਹੀਂ, ਖਾਲਸਾ ਕੇਵਲ ਸਰਕਾਰ ਦੀ ਅੜ ਭੰਨਦਾ ਹੈ, ਪਰ ਜਿਹੜਾ ਗਰੀਬ ਲੋੜਵੰਦ ਗ੍ਰਸਤੀ ਹੁੰਦਾ ਹੈ ਉਹਨੂੰ ਤੇ ਖਾਲਸਾ ਝੋਲੀਆਂ ਭਰ ਭਰ ਕੇ ਤੋਰਦਾ ਹੈ। ਇਹ ਬਚਨ ਕੀਤਾ। ਇੱਕ ਦਿਨ ਸਮਾਂ ਆਇਆ, ਲਾਹੌਰ ਵੱਲ ਨੂੰ ਕਹਿੰਦੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਸ਼ਿਕਾਰ ਵਾਸਤੇ ਵਧੇ। ਕਹਿੰਦੇ ਜਦੋਂ ਸ਼ਿਕਾਰ ਨੂੰ ਚੜ੍ਹੇ ਤੇ 20 ਸਿੰਘ ਨਾਲ ਲਏ। ਸ਼ਿਕਾਰ ਕਰਦੇ ਕਰਦੇ ਸਾਹਮਣੇ ਲਾਹੌਰ ਦਾ ਚਬੂਤਰਾ ਵੇਖਿਆ। ਕਹਿੰਦੇ ਜਦੋਂ ਨਵਾਬ ਕਪੂਰ ਸਿੰਘ ਜੀ ਦੀ ਨਿਗਾਹ ਪਈ, ਕਹਿੰਦੇ ਸਿੰਘਾਂ ਨੂੰ ਕਿਹਾ ਪਾਓ ਬਈ ਲਾਓ ਜਕਾਰੇ, ਉਹ ਚਬੂਤਰੇ ਤੇ ਜਾ ਕੇ ਨਿਸ਼ਾਨ ਚਲਾਈਏ। ਕਹਿੰਦੇ ਜਦੋਂ ਜਾਂਦਿਆਂ ਹੀ ਜਕਾਰੇ ਲਾ ਕਰਕੇ ਲਾਹੌਰ ਦੇ ਚਬੂਤਰੇ ਦੇ ਉੱਤੇ ਜਾ ਕੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਨੇ ਤਖਤ ਲਾਇਆ। ਲਾਹੌਰ ਦਾ ਚੌਧਰੀ ਆਇਆ। ਲਾਹੌਰ ਦੇ ਚੌਧਰੀ ਵੱਲ ਬਰਛੇ ਦੀ ਨੋਕ ਕਰਕੇ ਕਹਿੰਦੇ ਉਹ ਚੌਧਰੀਆ, ਸਾਨੂੰ ਪਤਾ ਲੱਗਾ ਤੂੰ ਆਪਣੇ ਲਾਹੌਰ ਦੀ ਕੈਦ ਦੇ ਅੰਦਰ ਭਾਰਤ ਦੀਆਂ ਬੇਟੀਆਂ ਨੂੰ ਬੰਦੀ ਬਣਾਇਆ ਹੋਇਆ। ਸਾਨੂੰ ਪਤਾ ਲੱਗਾ ਤੂੰ ਇਸ ਲਾਹੌਰ ਦੀ ਕੈਦ ਦੇ ਅੰਦਰ 30 ਐਸੇ ਬੰਦੀ ਬਣਾਏ ਹੋਏ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ। ਤੈਨੂੰ ਖਾਲਸਾ ਆਦੇਸ਼ ਕਰਦਾ ਹੈ ਉਹ ਬਹੂ ਬੇਟੀਆਂ ਨੂੰ ਇੱਜ਼ਤ ਦੇ ਨਾਲ ਘਰ ਭੇਜ ਕੇ ਆ
ਤੇ ਜਿਹੜੇ ਕੈਦੀ ਬਣਾਏ ਹੋਏ ਨੇ ਬਾ ਇੱਜ਼ਤ ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ। ਲਾਹੌਰ ਦੇ ਚੌਧਰੀ ਨੇ ਕਹਿੰਦਾ ਜੀ ਮੇਰੇ ਜੁੜੇ ਹੱਥ, ਕਹਿੰਦਾ ਜਦੋਂ ਤੁਸੀਂ ਜਕਾਰੇ ਗਜਾਏ ਸੀ ਨਾ, ਮੈਂ ਉਦੋਂ ਹੀ ਸਮਝ ਗਿਆ ਸੀ ਵੀ ਧੀਆਂ ਦੀ ਰਾਖੀਆਂ ਕਰਨ ਵਾਲੇ ਗੁਰੂ ਕੇ ਨਿਹੰਗ ਆ ਚੁੱਕੇ ਆ, ਹੁਣ ਮੇਰੀ ਖੈਰ ਨਹੀਂ। ਕਹਿੰਦਾ ਤੁਹਾਡੇ ਜਕਾਰੇ ਸੁਣ ਕੇ ਮੈਂ ਧੀਆਂ ਪਹਿਲਾਂ ਹੀ ਘਰਾਂ ਨੂੰ ਛੱਡ ਆਇਆ ਹਾਂ। ਇਹ ਪ੍ਰਭਾਵ ਸੀ ਸਿੰਘਾਂ ਦਾ ਵੀ ਜਿੱਥੇ ਸਿੰਘ ਜਕਾਰਾ ਹੀ ਗਜਾ ਦਿੰਦੇ ਸੀ ਪਤਾ ਲੱਗ ਜਾਂਦਾ ਸੀ ਇੱਥੇ ਕਿਸੇ ਧੀ ਵੱਲ ਮਾੜੀ ਨਿਗਾਹ ਨਾਲ ਵੇਖਿਆ ਵੀ ਨਹੀਂ ਜਾ ਸਕਦਾ। ਖਾਲਸਾ ਜੀ ਨਵਾਬ ਕਪੂਰ ਸਿੰਘ ਜੀ ਉਤਰੇ ਚਬੂਤਰੇ ਤੋਂ, ਸਿੰਘ ਕਹਿੰਦੇ ਜੀ ਇੱਥੇ ਵੀ ਨਿਸ਼ਾਨ ਚਲਾ ਕੇ ਵਾਪਸ ਕਿਉਂ? ਕਹਿੰਦੇ ਇੱਥੇ ਪੱਕੇ ਟਿਕਾਣੇ ਨਹੀਂ ਕਰਨੇ, ਬਸ ਹਕੂਮਤ ਦੀ ਆੜੀ ਭੰਨ ਕੇ ਵਿਖਾਉਣੀ ਸੀ। ਇਸ ਤਰ੍ਹਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਜੀ ਨੇ ਕੀਤੀ। ਪਰ ਸਮਾਂ ਆਇਆ, ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਾਬਾ ਅਟਲ ਰਾਏ ਸਾਹਿਬ ਜੀ ਦੇ ਜੋ ਬੁਰਜ ਸਾਹਿਬ ਬੁੰਗਾ ਸਾਹਿਬ ਹੈ, ਉਸ ਅਸਥਾਨ ਦੇ ਕੋਲ ਕਹਿੰਦੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਬੁਲਾਇਆ, ਕਿਉਂਕਿ ਮਾਤਾ ਸੁੰਦਰੀ ਜੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਨਵਾਬ ਕਪੂਰ ਸਿੰਘ ਜੀ ਕੋਲ ਭੇਜਿਆ ਸੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਕੋਲ ਬੁਲਾਇਆ ਤੇ ਜੋ ਸ਼੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਹਜੂਰ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੂੰ ਦਿੱਤੀ ਸੀ, ਜੋ ਨਿਸ਼ਾਨ ਨਗਾਰਾ ਬਾਬਾ ਵਿਨੋਦ ਸਿੰਘ ਜੀ ਨੂੰ ਦਿੱਤਾ ਸੀ ਤੇ ਕਿਹਾ ਸੀ ਜਿਹਦੇ ਕੋਲ ਨਿਸ਼ਾਨ ਨਗਾਰਾ ਤੇ ਇਹ ਸ਼੍ਰੀ ਸਾਹਿਬ ਹੋਵੇਗੀ ਉਹੀ ਪੰਥ ਦਾ ਜਥੇਦਾਰ ਹੋਵੇਗਾ। ਕਹਿੰਦੇ ਉਹ ਸ਼੍ਰੀ ਸਾਹਿਬ ਨਿਸ਼ਾਨ ਨਗਾਰਾ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤਾ ਤੇ ਬਚਨ ਕੀਤੇ ਸਦਾ ਪੰਥ ਦਾ ਝਾੜੂ ਬਰਦਾਰ ਬਣ ਕਰਕੇ ਆ ਸ਼ਸਤਰਾਂ ਦੀ ਨਿਸ਼ਾਨ ਨਗਾਰਿਆਂ ਦੀ ਤਾਬਿਆ ਰਹਿ ਕਰਕੇ ਪੰਥ ਦੀ ਅਗਵਾਈ ਕਰਨੀ ਹੈ। ਤੇ ਖੁਦ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਸਿੰਘਾਂ ਨੂੰ ਫਤਿਹ ਬੁਲਾ ਕਰਕੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਨੇ ਸਰੀਰ ਛੱਡ ਦਿੱਤਾ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਅਗਵਾਈ ਕੀਤੀ। ਅੱਜ ਵੀ ਉਹ ਸ਼੍ਰੀ ਸਾਹਿਬ, ਉਹ ਨਗਾਰਾ, ਉਹ ਨਿਸ਼ਾਨ ਸਾਹਿਬ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਸੇਵਾ ਕਰਦੇ ਆ ਉਹਨਾਂ ਸ਼ਸਤਰਾਂ ਦੀ। ਅਤੇ ਅੱਜ ਦੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦੀ ਯਾਦ ਵਿੱਚ ਮਹਾਨ ਸਮਾਗਮ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਕੀਤਾ ਜਾ ਰਿਹਾ। ਸੋ ਅੱਜ ਦੇ ਦਿਹਾੜੇ ਬਾਰੇ ਵਿਸ਼ੇਸ਼ ਬੇਨਤੀ ਤਾਂ ਕੀਤੀ ਹੈ, ਬੱਚਿਆਂ ਨੂੰ ਇਹਨਾਂ ਆਪਣੇ ਜਰਨੈਲਾਂ ਦਾ ਇਤਿਹਾਸ ਪੜ੍ਹਾਓ ਵੀ ਅਸੀਂ ਵਾਰਸ ਇਹਨਾਂ ਦੇ ਹਾਂ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈ ਗਏ, ਉਹਨਾਂ ਨੇ ਆਪਣੇ ਪਹਿਰਾਵੇ ਨਹੀਂ ਬਦਲੇ। ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈ ਗਏ ਉਹਨਾਂ ਨੇ ਕੇਸ ਨਹੀਂ ਕਟਵਾਏ। ਅੱਜ ਮਾਤਾ ਪਿਤਾ ਬੱਚਿਆਂ ਨੂੰ ਸਿੱਖਿਆ ਦੇਣ ਬੰਦ-ਬੰਦ ਕੱਟਿਆ ਜਾਵੇ ਪਰ ਗੁਰੂ ਤੋਂ ਕਦੇ ਬੇਮੁਖ ਨਾ ਹੋਇਓ। ਖਾਲਸਾ ਜੀ ਮੈਂ ਬੇਨਤੀ ਕਰਾਂ ਕਿਉਂਕਿ ਹੁਕਮ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ ਬਾਰੇ ਵੀ ਸਾਂਝ ਪਾਵਾਂ। ਸ਼ਬਦ ਦੀ ਵਿਚਾਰ ਨੂੰ ਮੁੱਖ ਰੱਖਦਿਆਂ ਮੈਂ ਪੰਛੀ ਝਾਤ ਪਾਵਾਂਗਾ ਕਿ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ ਪ੍ਰਧਾਨਾ, ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਵਿੱਚ ਖੁਦ ਨਿਰੰਕਾਰ ਨੇ ਆਕਾਰ ਧਾਰਿਆ, ਪਰ ਨਿਰੰਕਾਰ ਨੂੰ ਆਉਣਾ ਕਿਉਂ ਪਿਆ? ਕਲਗੀਧਰ ਜੀ ਕਹਿੰਦੇ ਪਹਿਲਾਂ ਜਿੰਨੇ ਵੀ ਆਏ ਤੇ ਸਭ ਆਪਨ ਮਤ ਉਰਜਾਨਾ, ਸਾਰਿਆਂ ਨੇ ਆਪੋ ਆਪਣੀ ਮਤ ਵਿੱਚ ਉਲਝਾ ਦਿੱਤਾ, ਪਰਮਾਤਮਾ ਦੇ ਨਾਮ ਦੀ ਸ਼ਬਦ ਗੁਰੂ ਬਾਰੇ ਕਿਸੇ ਨੂੰ ਦੱਸਿਆ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਕੀਤੀਆਂ। ਜਦੋਂ ਵੀ ਉਦਾਸੀਆਂ ਤੇ ਗਏ ਮਹਾਰਾਜ ਨੇ ਇੱਕ ਬਚਨ ਕਿਹਾ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਬਗਦਾਦ ਦੀ ਧਰਤੀ ਤੇ ਗਏ ਉੱਥੇ ਇੱਕ ਪੀਰ ਸੀ ਸ਼ੇਖ ਸ਼ਾਹ ਸ਼ਰਫ। ਸ਼ੇਖ ਸ਼ਾਹ ਸ਼ਰਫ ਗੁਰੂ ਨਾਨਕ ਨੂੰ ਪੁੱਛਦਾ ਤੁਸੀਂ ਕੌਣ ਹੋ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਿੰਦੂ ਕਹਾਂ ਤਾਂ ਮਾਰੀਅਨ ਮੁਸਲਮਾਨ ਵੀ ਨਾ, 5 ਤਤ ਕੋ ਪੁਤਲਾ ਨਾਨਕ ਮੇਰਾ ਨਾ। ਹਿੰਦੂ ਕਵਾਂਗਾ ਤੇ ਝਗੜਾ ਕਰੋਗੇ ਵੀ ਹਿੰਦੂ ਮੱਕੇ ਮਦੀਨੇ ਨਹੀਂ ਆ ਸਕਦੇ, ਮੁਸਲਮਾਨ ਮੈਂ ਹੈ ਨਹੀਂ। ਜੇ ਪੁੱਛਦੇ ਹੋ ਮੈਂ ਕੌਣ ਆ, ਕਹਿੰਦੇ ਮੈਂ 5 ਤੱਤਾਂ ਦਾ ਬਣਿਆ ਮਿੱਟੀ ਦਾ ਪੁਤਲਾ ਵਾਂ ਤੇ ਲੋਕ ਮੈਨੂੰ ਨਾਨਕ ਆਖਦੇ ਆ। ਇਹ ਨਿਮਰਤਾ ਦੇ ਮਾਲਕ ਗੁਰੂ ਨਾਨਕ ਸਾਹਿਬ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਉਮਰ ਇਹੀ ਗੱਲ ਸਿਖਾਈ, ਲੋਕੋ ਧਰਮਾਂ ਤੋਂ, ਧਰਮਾਂ ਦੇ ਝਗੜਿਆਂ ਤੋਂ ਉੱਪਰ ਉੱਠ ਜਾਓ। ਧਰਮ ਵੱਖਰੇ ਹੋ ਸਕਦੇ ਆ, ਪਹਿਰਾਵੇ ਵੱਖਰੇ ਹੋ ਸਕਦੇ ਆ,
ਧਾਰਮਿਕ ਅਸਥਾਨਾਂ ਦੀ ਇਮਾਰਤ ਦੀ ਰੂਪਰੇਖਾ ਵੱਖਰੀ ਹੋ ਸਕਦੀ ਆ, ਪਰ ਸੱਚ ਜਾਣਿਓ ਪਰਮਾਤਮਾ ਜਿਨੇ ਦੁਨੀਆ ਬਣਾਈ ਹੈ ਉਹ ਸਾਰਿਆਂ ਦਾ ਮਾਲਕ ਇੱਕੋ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰੂ ਨਾਨਕ ਸਾਹਿਬ ਮਹਾਰਾਜ 4 ਉਦਾਸੀਆਂ ਤੋਂ ਬਾਅਦ ਕਹਿੰਦੇ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮੰਜੀ ਬੈਠ ਕੀਆ ਉਤਾਰਾ। ਕਹਿੰਦੇ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਉਤਾਰਾ ਕੀਤਾ, ਮੰਜੀ ਲਾਈ, ਸ਼ਬਦ ਗੁਰੂ ਦਾ ਪ੍ਰਵਾਹ ਚਲਾਇਆ। ਇੱਥੇ ਹੀ ਭਾਈ ਲਹਿਣਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਨਿਰੰਕਾਰੀ ਸਿੱਖਿਆ ਦਿੱਤੀ। ਇਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਅਥਾਹ ਕੌਤਕ ਗੁਰੂ ਨਾਨਕ ਸਾਹਿਬ ਨੇ ਵਰਤਾਏ। ਜਿੱਦਣ ਭਾਈ ਲਹਿਣਾ ਜੀ ਪਹਿਲੇ ਦਿਨ ਆਏ ਸੀ, ਹਜੇ ਮੁਲਾਕਾਤ ਨਹੀਂ ਸੀ ਹੋਈ, ਕੀਰਤਨ ਚੱਲ ਰਿਹਾ ਸੀ, ਗੁਰੂ ਨਾਨਕ ਸਾਹਿਬ ਖੜੇ ਹੋ ਗਏ। ਸੰਗਤ ਨੇ ਪੁੱਛਿਆ ਖੜੇ ਕਿਉਂ ਹੋਏ? ਕਹਿੰਦੇ ਇਸ ਘਰ ਨੂੰ ਲੁੱਟਣ ਵਾਲਾ ਆ ਰਿਹਾ ਹੈ। ਭਾਈ ਲਹਿਣਾ ਜੀ ਨਾਲ ਮਿਲੇ ਨਹੀਂ, ਪਹਿਲਾਂ ਹੀ ਬਚਨ ਕਰ ਦਿੱਤਾ। ਹੁਣ ਸਮਾਂ ਆਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਬੀ ਹੁਕਮ ਨੂੰ ਮੁੱਖ ਰੱਖਦੇ ਹੋਏ ਜੋਤੀ ਜੋਤ ਸਮਾਉਣ ਦਾ ਫੁਰਨਾ ਜਗਾਇਆ। ਪਰ ਜੋ ਮਹਾਰਾਜ ਨੇ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ ਸੀ, ਜੋ ਸ਼ਬਦ ਗੁਰੂ ਦੀ ਜੋਤ ਗੁਰੂ ਨਾਨਕ ਦੇ ਰੂਪ ਵਿੱਚ ਵਰਤੀ ਸੀ, ਉਸ ਸ਼ਬਦ ਗੁਰੂ ਦੀ ਜੋਤ ਨੂੰ ਭਾਈ ਲਹਿਣੇ ਦੇ ਹਿਰਦੇ ਵਿੱਚ ਟਿਕਾ ਦਿੱਤਾ। ਪਹਿਲਾਂ ਮਹਾਰਾਜ ਨੇ ਪਰਖ ਵੀ ਲਈ, ਬਾਬਾ ਬੁੱਢਾ ਜੀ ਦੀ ਵੀ ਪਰਖ ਲਈ, ਉਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਚੰਦ ਦੀ ਵੀ ਪਰਖ ਲਈ। ਪਰ ਸਾਰੀਆਂ ਪਰਖਾਂ ਦੇ ਵਿੱਚੋਂ ਭਾਈ ਲਹਿਣਾ ਜੀ ਪਰਖਾਂ ਦੇ ਵਿੱਚ ਖਰੇ ਉਤਰੇ। ਭਾਈ ਲਹਿਣੇ ਵਰਗਾ ਸਿੱਖ ਕੋਈ ਬਾਣੀ ਨਹੀਂ ਸਕਿਆ। ਗੁਰੂ ਨਾਨਕ ਨੇ ਅੱਧੀ ਰਾਤ ਨੂੰ ਕਹਿਣਾ ਬਾਹਰ ਸਿਕਰ ਦੁਪਹਿਰ ਹੈ, ਭਾਈ ਲਹਿਣੇ ਨੇ ਕਹਿਣਾ ਸਿਕਰ ਦੁਪਹਿਰ ਹੈ। ਗੁਰੂ ਨਾਨਕ ਨੇ ਸਿਕਰ ਦੁਪਹਿਰੇ ਕਹਿਣਾ, ਲਹਿਣਿਆਂ ਬਾਹਰ ਅੱਧੀ ਰਾਤ ਹੈ। ਭਾਈ ਲਹਿਣੇ ਨੇ ਆਪਣੀ ਮਤ ਨਹੀਂ ਘੋਟੀ, ਇਹ ਨਹੀਂ ਕਿਹਾ ਬਾਹਰ ਦੁਪਹਿਰ ਹੈ। ਭਾਈ ਲਹਿਣੇ ਨੇ ਕਹਿਣਾ ਬਾਬਾ ਰਾਤ ਦਿਨ ਤੇਰੇ ਹੁਕਮ ਵਿੱਚ ਆ, ਤੂੰ ਹੁਕਮ ਕਰ ਦਵੇਂ, ਦਿਨ ਰਾਤ ਤੇਰੇ ਹੁਕਮ ਤੋਂ ਆਕੀ ਨਹੀਂ ਹੋ ਸਕਦੇ। ਇਸ ਤਰ੍ਹਾਂ ਭਾਈ ਲਹਿਣੇ ਨੂੰ ਜਪਜੀ ਸਾਹਿਬ ਦੀ ਪੋਥੀ ਦੇ ਕਰਕੇ, ਬਾਣੀ ਦੀ ਪੋਥੀ ਦੇ ਕਰਕੇ ਹੁਕਮ ਕੀਤਾ, ਖਡੂਰ ਸਾਹਿਬ ਜਾ ਵਸਣਾ, ਮਾਤਾ ਵਰਾਈ ਦੇ ਘਰ ਸਾਡਾ ਮੰਜਾ ਹੈ, ਉਸ ਮੰਜੇ ਦੇ ਉੱਤੇ ਬੈਠਣਾ। ਖੁਦ ਗੁਰੂ ਨਾਨਕ ਸਾਹਿਬ ਤਨ ਦੇ ਉੱਤੇ ਪੈਰ ਤੋਂ ਲੈ ਕਰਕੇ ਸਿਰ ਤੱਕ ਚਾਦਰ ਲੈ ਕਰਕੇ ਲੇਟ ਗਏ, ਜੋਤੀ ਜੋਤ ਸਮਾ ਗਏ। ਪਰ ਮੈਂ ਇੱਕ ਅਕਸਰ ਗੱਲ ਸੋਚਦਾ, ਇਨਸਾਨ ਦੀ ਇੱਕ ਗਿਰਾਵਟ ਰਹੀ ਹੈ, ਇਹ ਪੀਰ ਪੈਗੰਬਰ ਆਪਣੇ ਮੁਰਸ਼ਦ ਨੂੰ ਪੂਜਦਾ ਜ਼ਰੂਰ ਹੈ, ਪਰ ਉਹਦੀ ਗੱਲ ਕੋਈ ਵੀ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ 4 ਉਦਾਸੀਆਂ ਵਿੱਚ ਸਮਝਾਉਂਦੇ ਰਹੇ, ਨਾ ਹਮ ਹਿੰਦੂ ਨਾ ਮੁਸਲਮਾਨ। ਮਹਾਰਾਜ ਸਮਝਾਉਂਦੇ ਰਹੇ, ਏਕ ਨੂਰ ਤੇ ਸਭ ਜਗ ਉਪਜਿਆ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਹੈ, ਜੇ ਕਰਮ ਚੰਗਾ ਨਹੀਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਪਰ ਜਿੱਦਣ ਜੋਤੀ ਜੋਤ ਸਮਾਏ ਝਗੜਾ ਖੜਾ ਹੋਇਆ, ਸੰਸਕਾਰ ਕੀਤਾ ਜਾਵੇ ਕਿ ਕਬਰ ਵਿੱਚ ਦਫਨਾਇਆ ਜਾਵੇ। ਕਹਿੰਦੇ ਸਾਧੂ ਲੰਘ ਰਿਹਾ ਸੀ ਕੋਲੋਂ, ਉਹਨੇ ਕਿਹਾ ਜਿਸ ਪਿੱਛੇ ਝਗੜਾ ਕਰਦੇ ਹੋ ਚਾਦਰ ਚੱਕ ਕੇ ਤਾਂ ਦੇਖੋ। ਜਦੋਂ ਚਾਦਰ ਚੱਕੀ, ਕਹਿੰਦੇ ਸਰੀਰ 5 ਮਿੱਟੀ ਵਾਲਾ ਨਜ਼ਰ ਨਹੀਂ ਆਇਆ, 5 ਤੱਤਾਂ ਵਾਲਾ ਸਰੀਰ ਨਜ਼ਰ ਨਹੀਂ ਆਇਆ, ਫੁੱਲ ਨਜ਼ਰ ਆਏ। ਕਿਉਂਕਿ ਗੁਰੂ ਨਾਨਕ ਦਾ ਸਰੀਰ 5 ਤੱਤਾਂ ਤੋਂ ਨਹੀਂ ਸੀ ਬਣਿਆ, ਗੁਰੂ ਨਾਨਕ ਦਾ ਸਰੀਰ ਸ਼ਬਦ ਦੀ ਜੋਤ ਤੋਂ ਬਣਿਆ ਹੋਇਆ ਸੀ। ਪਰ ਇਨਸਾਨ ਇੰਨਾ ਨਾ ਸਮਝ ਫਿਰ ਵੀ ਨਹੀਂ ਸਮਝਿਆ। ਕਹਿੰਦੇ ਚਾਦਰ ਦੋਵਾਂ ਨੇ ਹੱਥਾਂ ਵਿੱਚ ਪਕੜ ਲਈ। ਸਾਰੀ ਉਦਾਸੀਆਂ ਵਿੱਚ ਗੁਰੂ ਸਾਹਿਬ ਨੇ ਜੋ ਸਿਖਾਇਆ ਗੱਲ ਭੁਲਾ ਦਿੱਤੀ। ਚਾਦਰ ਦੇ 2 ਟੁਕੜੇ ਕਰ ਦਿੱਤੇ, ਵਿੱਚੋਂ ਪਾੜ ਦਿੱਤੀ। ਮੁਸਲਮਾਨਾਂ ਨੇ ਚਾਦਰ ਦਫਨਾ ਦਿੱਤੀ, ਹਿੰਦੂਆਂ ਨੇ ਚਾਦਰ ਦਾ ਸੰਸਕਾਰ ਕੀਤਾ। ਚਾਦਰ ਦੀ ਰਾਖ ਗਾਗਰ ਵਿੱਚ ਨੱਪ ਦਿੱਤੀ। ਉਹ ਗਾਗਰ ਬਾਬਾ ਸ਼੍ਰੀ ਚੰਦ ਜੀ ਲੈ ਕੇ ਆਏ। ਡੇਰਾ ਬਾਬਾ ਨਾਨਕ ਜੋ ਗੁਰਦੁਆਰਾ ਸਾਹਿਬ ਹੈ, ਉਸ ਗੁਰਦੁਆਰਾ ਸਾਹਿਬ ਦੇ ਹੇਠਾਂ ਅੱਜ ਵੀ ਉਹ ਗਾਗਰ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੋਜ ਵਰਤਾਏ। ਰਹੋ ਵਿਚਾਰ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਆਸਾ ਵਰੀ ਮਹੱਲਾ 5ਵਾਂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਆਸਾ ਵਰੀ ਰਾਗ ਦੇ ਅੰਦਰ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਦੇ ਆ। ਕਾਰਨ ਕਰਨ ਤੂੰ ਹਾਂ, ਆਵਰ ਨਾ ਸੁਝੈ ਮੂੰਹਾਂ। ਸਤਿਗੁਰੂ ਕਹਿੰਦੇ ਇੱਕ ਗੱਲ ਆਪਣੇ ਜ਼ਿਹਨ 'ਚ ਬਿਠਾਓ, ਦੁਨੀਆ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਹਰ ਇੱਕ ਚੀਜ਼ ਦੇ ਪਿੱਛੇ ਕਰਨ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਜੇ ਤੁਹਾਨੂੰ ਕੋਈ ਦਾਤ ਮਿਲੀ ਹੈ ਤੇ ਦਾਤ
परमात्मा दे रहा, दुनिया की कोई ताकत दात नहीं दे सकती। गुरु अर्जन देव जी कहते अवर ना सुझै मूँहा, रब तो बिना मैनू दुनिया ते कोई दूसरी ताकत नज़र ही नहीं आती। क्यों? कहते करहे सो होइए हाँ, सहज सुख सोइए हाँ। कहते क्योंकि संसार विच करन वाला जो कर रहा वही संसार विच हो रहा। कहो नानक करते कियां बातां, जो किछ करना सो कर रहा, उहदे हुक्म विच हो रहा। सहज सुख होइए हाँ, ते जे बंदा उहदे हुक्म विच चलण लग जावे, बंदे नूं भी सुख प्राप्त हो जाता है। पर सुख प्राप्ति की निशानी की है? कहते धीरज मन भये हाँ। कहते मन विच धीरज आ जाता है। मन जिहड़ा भज रहा है, चिंतित है, दुखी है, ये मन सदा खेड़े विच आ जाता है। पर खेड़े विच किवें आउंदा है? गुरु साहब कहते प्रभ कै दर पए मेरे मना। आ गुरु तेग बहादुर दे चरनां विच झुकिया, आ मन जिहड़ा दुखी है, गुरु तेग बहादुर दे चरनां विच झुकिया, सारे सुख मन की झोली विच प्राप्त हो जाते हैं। विश्राम दे के सतगुरु बचन करते ने, रहाओ साधु संग में हाँ, पूरन संजमे हाँ। कहते प्रभु दे दर ते जाना ना जे, किसे गुरमुख दी साधु दी संगत कर। साधु दी संगत विच जाके ही मन परमात्मा दे दर ते टिकदा। उदां मन ते भजदा है थां थां ते, गुरमुख दी संगत दे नाल मन एक थां ते टिक जांदा है। ते जदों मन एक थां ते टिक जावे, जब ते छुटे आप हाँ, तब ते मिटे ताप हाँ। किरपा धारिया हाँ, पत रख बनवारिया मेरे मना। कहते जदों मन दे फुरनियां तो बंदा छुट जावे, ते सच जाणिओ जदों इच्छावां खत्म हो जांदियां, तन दे ते मन दे दुख भी दूर हो जाते हैं। दुखां दा मूल कारण बंदे दियां इच्छावां ने। जदों तक इच्छावां नहीं मुकदियां, उदों तक दुख खत्म नहीं हो सकते। जिन्हां दी इच्छा मुक गई, उन्हां दे सिर ते आरा भी चल गया, ते आरा भी दुखी नहीं कर सकिया। खालसा जी पर कहते बंदा इच्छा तो मुक्त किवें हुंदा है? कहते किरपा धारिया हाँ। आ जिहड़ा किरपा धारिया, रहमतां वरसाउण वाला गुरु तेग बहादुर साहब है ना, इहदे अगे अरदास कर, गुरु तेग बहादुर जी मेरी दुनिया विच कोई पत नहीं रख सकदा, पर जे तुसी मेरी बांह पकड़ लवो, दुनिया च मैनू कोई हरा नहीं सकदा। पत रख बनवारियां हाँ। गुरु तेग बहादुर जी मेरी पत रख लो। सतगुरु कहंदे जे गुरु तेग बहादुर तेरे सिर ते हथ धर दवे, परमात्मा तेरे सिर ते हथ धर दवे, कहंदे एहो सुख जानिए हाँ, हर करे सो मानिए हाँ। कहंदे इस तो वड्डा सुख कोई नहीं, जिहदे सिर दे उत्ते गुरु नानक दे घर दा मेहरां वाला हथ टिक जावे। महाराज कहंदे इस करके एक गल अपने जहन विच बिठाई, जे इस गुरु दा हथ सिर ते टिकाउणा है ना, फिर एक भावना बना, मंदा नाहे कोए हाँ, संत की रेन होए हाँ। कि दुनिया विच किसे दी निंदिया ना करी, दुनिया विच किसे नूं मंदा ना बोली, हमेशा अपने आप नूं नीवां जान के सेवा करी। क्यों? क्योंकि जेड़े अपने आप नूं नीवां समझदे आ, गुरु तेग बहादुर उन्हां नूं दुनिया विच सब तो उच्चा चक दिंदा है। आपस को जो जानै नीचा, सऊ गनिए सब ते ऊंचा। कहंदे हमेशा तू संतां दे, गुरसिखां दे, गुरमुखां दे चरनां दी धूड़ी बन के रवी। अगे महाराज कहंदे आ, आपे जिस रखै हाँ, हर अमृत सो चखै मेरे मना। कहंदे जे तू भावना बना लवें, नीवा हो जावें, निमरता विच आ जावें, ते गुरु दा हाथ तेरे सिर ते टिक जावे, तेनू ओ नाम रूपी अमृत मिलेगा। जेड़ा नाम रूपी अमृत भाई मती दास, भाई सती दास ते भाई दयाल दास नू नसीब होया सी। सतगुरु कहंदे एक गल चेते रखी, जे दुनिया दे विच कोई रिश्ता तेरा नहीं बनदा, जे दुनिया दे रिश्ते तेनू धोखा दिंदे आ,
ਜੇ ਦੁਨੀਆ ਦੇ ਰਿਸ਼ਤੇ ਦੁੱਖਾਂ ਵੇਲੇ ਮੁਸ਼ਕਲਾਂ ਵੇਲੇ ਬੂਹੇ ਬੰਦ ਕਰਦੇ ਆ, ਫਿਰ ਇੱਕ ਗੱਲ ਚੇਤੇ ਰੱਖੀ, ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਕਹਿੰਦੇ ਦੁਨੀਆ ਦੇ ਲੱਖ ਬੂਹੇ ਬੰਦ ਹੋ ਜਾਣ, ਜਿਹਦੀ ਕੋਈ ਬਾਂਹ ਨਹੀਂ ਫੜਦਾ, ਉਹਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਘਰ ਜਾ ਕੇ ਫੜਦੇ ਆ। ਜਿਹਦੇ ਵਾਸਤੇ ਦੁਨੀਆ ਦੇ ਬੂਹੇ ਬੰਦ ਹੋ ਜਾਣ, ਸੱਚ ਜਾਣਿਓ ਉਸ ਬੰਦੇ ਵਾਸਤੇ ਗੁਰੂ ਤੇਗ ਬਹਾਦਰ ਦੇ ਘਰ ਦਾ ਬੂਹਾ ਕਦੇ ਬੰਦ ਨਹੀਂ ਹੁੰਦਾ। ਬੰਦਾ ਜਿੱਥੇ ਮਰਜ਼ੀ ਖੜ ਕੇ ਆਵਾਜ਼ ਮਾਰੇ, ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਸਿੱਖ ਦੀ ਬਾਂਹ ਜ਼ਰੂਰ ਫੜਦੇ ਆ। ਖਾਲਸਾ ਜੀ, ਸਤਿਗੁਰੂ ਕਹਿੰਦੇ ਆ, ਅੰਤਰਗਤ ਬੁੱਝੈ ਹਾਂ ਸਭ ਕਿਛ ਤਿਸ ਸੁਝੈ ਹਾਂ। ਕਹਿੰਦੇ ਜੇ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਵੇ, ਤੇ ਅੰਤਰਗਤ ਹਿਰਦੇ ਦੇ ਅੰਦਰ ਗੁਰੂ ਨਜ਼ਰ ਆ ਪੈਂਦਾ। ਤੇ ਜਦੋਂ ਗੁਰੂ ਨਜ਼ਰ ਆ ਪੈਂਦਾ, ਫਿਰ ਕਹਿੰਦੇ ਘਟ ਘਟ ਦੇ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਜਿਹਨੂੰ ਪਰਮਾਤਮਾ ਦੀ ਜੋਤ ਨਜ਼ਰ ਆ ਜਾਵੇ, ਉਹ ਜਿਉਂਦੇ ਜੀ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਪਰ ਇਹ ਅਵਸਥਾ ਤਾਂ ਹੀ ਪ੍ਰਾਪਤ ਹੋਵੇਗੀ ਜੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ। ਅਰਦਾਸ ਕੀ ਕਰਨੀ ਹੈ? ਸਤਿਗੁਰੂ ਕਹਿੰਦੇ, ਪਤਿਤ ਉਧਾਰ ਲੇਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ। ਕਹਿੰਦੇ ਤੂੰ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਅਰਦਾਸ ਕਰ, ਮੈਂ ਪਤਿਤ ਹਾਂ, ਮੈਂ ਪਾਪੀ ਹਾਂ, ਮੈਂ ਔਗਣ ਕਰਦਾ ਵਾਂ, ਮੇਰੇ ਵਿੱਚ ਲੱਖਾਂ ਐਬ ਨੇ ਸਤਿਗੁਰੂ, ਪਰ ਜੇ ਤੁਸੀਂ ਮੇਰੇ ਤੇ ਕਿਰਪਾ ਕਰ ਦਵੋ, ਤੁਹਾਡੀ ਇੱਕ ਨਿਗਾਹ ਪਾਪੀਆਂ ਨੂੰ ਦੇਵਤਾ ਬਣਾਉਣ ਦੀ ਤਾਕਤ ਰੱਖਦੀ ਹੈ। ਪਾਪੀਆਂ ਨੂੰ ਦੇਵਤਾ ਬਣਾਉਣ ਵਾਲੇ ਸਤਿਗੁਰੂ, ਕਿਰਪਾ ਕਰਕੇ ਮੇਰੀ ਲਾਜ ਰੱਖ ਲਵੋ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਦ ਤੇਰੀ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗੁਰਬਾਣੀ ਅਗਾਧ ਬੋਧ ਹੈ, ਗੁਰਬਾਣੀ ਦੇ ਅੱਖਰ ਅਲੌਕਿਕ ਨੇ, ਇੱਕ ਰਸਨਾ ਦੁਆਰਾ ਮੁਕੰਮਲ ਵਿਚਾਰ ਨਹੀਂ ਹੋ ਸਕਦੀ, ਕਿਉਂਕਿ ਅੱਜ ਦੇ ਦਿਹਾੜੇ 'ਤੇ ਵਿਸ਼ੇਸ਼ ਬੇਨਤੀ ਜ਼ਰੂਰੀ ਸੀ। ਇਸ ਲਈ ਸ਼ਬਦ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ। ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਹੋਈਆਂ ਨੇ, ਆਪ ਸਭ ਸਮੁੱਚੀ ਸੰਗਤ ਨੇ ਭੁੱਲਾਂ ਬਖਸ਼ ਦੇਣੀਆਂ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਤੇ ਯਤਨ ਕਰੋ, ਜੇ ਗੁਰੂ ਦੀ ਕਿਰਪਾ ਲੈਣੀ ਹੈ, ਖੁਦ ਬਾਣੀ ਪੜੋ, ਖੁਦ ਬਾਣੀ ਦੇ ਅਰਥ ਸਮਝੋ, ਸਹਿਜ ਪਾਠ ਕਰੋ, ਆਪਣੇ ਬੱਚਿਆਂ ਨੂੰ ਸਹਿਜ ਪਾਠ ਕਰਾਓ। ਤੇ ਜਿਹੜੇ ਬਾਣੀ ਨਹੀਂ ਪੜ੍ਹ ਸਕਦੇ, ਜਿਨ੍ਹਾਂ ਦੀ ਸੰਥਿਆ ਨਹੀਂ ਹੋਈ, ਉਹਨਾਂ ਵਾਸਤੇ ਸੰਗਤ ਨੂੰ ਬੇਨਤੀ ਹੈ, ਦਾਸਰਿਆਂ ਵੱਲੋਂ ਗੁਰਬਾਣੀ ਸੰਥਿਆ ਦੇ ਆਨਲਾਈਨ ਸੈਸ਼ਨ ਫ੍ਰੀ ਆਫ ਕੋਸਟ ਚਲਾਏ ਜਾਂਦੇ ਆ। ਆਪ ਸਭ ਘਰਾਂ ਵਿੱਚ ਰਹਿ ਕਰਕੇ ਵੀ ਗੁਰਬਾਣੀ ਸੰਥਿਆ ਆਨਲਾਈਨ ਕਲਾਸਾਂ ਦੁਆਰਾ ਲੈ ਸਕਦੇ ਹੋ। ਜਿਨ੍ਹਾਂ ਨੇ ਗੁਰਬਾਣੀ ਸੰਥਿਆ ਪ੍ਰਾਪਤ ਕਰਨੀ ਹੋਵੇ, ਦਾਸ ਨਾਲ ਸੰਪਰਕ ਕਰਕੇ ਨਾਮ ਲਿਖਵਾਉਣ ਤੇ ਗੁਰਬਾਣੀ ਖੁਦ ਪੜ੍ਹਨ, ਗੁਰਬਾਣੀ ਦੇ ਅਰਥ ਖੁਦ ਸਮਝਣ, ਤੇ ਘਰ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਪ੍ਰਚਾਰ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।